ਅਵਰ ਆਸ ਨਿਰਾਸ ਨਰਕ ਪਰੈ ਤੇ ਮਾਨਈ ਜੋ ਹਰ ਨਾਮ ਉਦਾਸ ਨਰਕ ਪਰੈ ਤੇ ਮਾਨਈ ਜੋ ਹਰ ਨਾਮ ਉਦਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਕੋਈ ਪੰਡਤ ਜੋਤਸ਼ੀ ਕੋ ਪਾਂਦਾ ਕੋ ਵੈਦ ਸਦਾਏ। ਕੋਈ ਰਾਜਾ ਰਾਓ ਕੋ ਮਹਿਤਾ ਚੌਧਰੀ ਅਖਾਏ। ਕੋਈ ਬਜਾਜ ਸਰਾਫ ਕੋ ਜਹੋਰੀ ਜੜਾਓ ਜੜਾਏ। ਪਾਸਾਰੀ ਪਰਚੂਨੀਆਂ ਕੋਈ ਦਲਾਲੀ ਕਿਰਮ ਕਮਾਏ। ਜਾਤ ਸਨਾਤ ਸਹੰਸ ਲਖ ਕਿਰਤ ਵਿਰਤ ਕਰਨਾਉ ਗਣਾਏ। ਸਾਧ ਸੰਗਤ ਗੁਰ ਸਿੱਖ ਮਿਲ ਆਸਾ ਵਿੱਚ ਨਿਰਾਸ ਜਮਾਏ। ਸ਼ਬਦ ਸੁਰਤ ਲਿਖ ਅਲਖ ਲਖਾਏ। ਸ਼ਬਦ ਸੁਰਤ ਲਿਖ ਅਲਖ ਲਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਮਾਲਕ ਦੀਨ ਦਇਆਲ ਸਤਿਗੁਰੂ ਵਾਲੀਏ ਕੁਲ ਆਲਮ ਭਗਤ ਵਤਸਲ ਕਿਰਪਾ ਨਿਧਾਨ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਵਡਭਾਗੇ ਹਾਂ ਜੋ ਸਾਹਿਬਾਂ ਦੀ ਅਪਾਰ ਦਇਆ ਮਿਹਰਮਤ ਦਾ ਸਦਕਾ ਪਾਵਨ ਹਜ਼ੂਰੀ ਦੇ ਅੰਦਰ ਜੁੜ ਕਰਕੇ ਗੁਰੂ ਪਿਆਰ ਵਾਲਿਆਂ ਪਾਸੋਂ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਵਿੱਤਰ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਲੜੀ ਦੇ ਤਹਿਤ ਪਿਛਲੇ ਦੀਵਾਨਾਂ ਦੇ ਅੰਦਰ ਪੰਜਵੀਂ ਵਾਰ ਦੀਆਂ 4 ਪੌੜੀਆਂ ਦੀ ਵਿਚਾਰ ਆਪ ਸੰਤਾਂ ਦੇ ਨਾਲ ਸਾਂਝੀ ਕੀਤੀ ਸੀ। ਅਗਲੇਰੀ 5 ਨੰਬਰ ਪੌੜੀ ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬਾਂ ਪਾਸੋਂ ਸ਼ਰਵਣ ਕੀਤਾ ਹੈ, ਤਿਸ ਦੀ ਵਿਚਾਰ ਆਪ ਸੰਤਾਂ ਦੇ ਨਾਲ ਸਾਂਝੀ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਹਿਬਾਂ ਦੇ ਪਾਵਨ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਜੀ। ਕੋਈ ਪੰਡਤ ਜੋਤਸ਼ੀ
ਕੋ ਪਾਂਦਾ ਕੋ ਵੈਦ ਸਦਾਏ। ਇੱਥੇ ਹਰੇਕ ਆਪਣੀ ਚਤੁਰਾਈ ਸਿਆਣਪ ਸੰਸਾਰ ਦੇ ਅੰਦਰ ਪ੍ਰਗਟ ਕਰਨਾ ਚਾਹੁੰਦਾ ਹੈ, ਕੋਈ ਵੀ ਤਰੀਕਾ ਅਪਣਾ ਲਵੇ। ਹਰੇਕ ਕਹਿੰਦਾ ਹੈ ਜਿਸ ਢੰਗ ਦਾ ਗਿਆਨ ਮੇਰੇ ਕੋਲ ਹੈ ਉਹਦੇ ਵਿੱਚ ਮੈਂ ਸ੍ਰੇਸ਼ਟ ਹੋਵਾਂ। ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਵੀ ਮੈਨੂੰ ਲੋਕ ਸ੍ਰੇਸ਼ਟ ਮੰਨਣ। ਹੋਵਾਂ ਜਾਂ ਨਾ ਹੋਵਾਂ ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਮੈਨੂੰ ਮੰਨਣ ਸਾਰੇ। ਇਹੀ ਅਸਲ 'ਚ ਸਾਰਿਆਂ ਤੋਂ ਵੱਡਾ ਸਾਡੀ ਭਟਕਣਾ ਦਾ ਕਾਰਨ ਹੈ। ਸਾਡਾ ਜ਼ੋਰ ਸ੍ਰੇਸ਼ਟ ਹੋਣ ਵਾਲੇ ਪਾਸੇ ਘੱਟ ਲੱਗਦਾ ਹੈ, ਸ੍ਰੇਸ਼ਟ ਮਨਾਉਣ ਵਾਲੇ ਪਾਸੇ ਜ਼ਿਆਦਾ ਲੱਗਦਾ ਹੈ। ਸ੍ਰੇਸ਼ਟ ਬਣਨਾ ਔਖਾ ਕੰਮ ਹੈ, ਇਸ ਕਰਕੇ ਅਸੀਂ ਉਸ ਪਾਸੇ ਘੱਟ ਤਾਂ ਧਿਆਨ ਦਿੰਦੇ ਹਾਂ, ਪਰ ਇਸ ਪਾਸੇ ਸਾਡਾ ਜ਼ਿਆਦਾ ਜ਼ੋਰ ਰਹਿੰਦਾ ਹੈ ਕਿ ਲੋਕ ਮੈਨੂੰ ਸ੍ਰੇਸ਼ਟ ਮੰਨ ਲੈਣ, ਮੈਂ ਮਨਾ ਲਵਾਂ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਇੱਥੇ ਸੰਸਾਰ 'ਚ ਬੜੇ ਨੇ ਜਿਹੜੇ ਆਪਣੇ ਆਪ ਨੂੰ ਸਿਆਣੇ ਅਖਵਾਉਂਦੇ ਨੇ। ਕੋਈ ਪੰਡਤ ਜੋਤ ਕੀ ਕੋ ਪਾਂਧਾ ਕੋ ਵੈਦ ਸਦਾਏ। ਕੋਈ ਇੱਥੇ ਆਪਣੇ ਆਪ ਨੂੰ ਪੰਡਤ ਕਹਿੰਦਾ ਹੈ। ਸਾਹਿਬ ਕਹਿੰਦੇ ਚੰਗੀ ਗੱਲ ਹੈ, ਪੰਡਤ ਹੋਣਾ ਕੋਈ ਮਾੜਾ ਕੰਮ ਥੋੜੀ ਨਾ ਹੈ। ਪੰਡਤ ਦਾ ਅਰਥ ਹੈ ਗਿਆਨਵਾਨ ਹੋਣਾ ਚਾਹੀਦਾ ਹੈ, ਪਰ ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਹਨੂੰ ਕਵਾਂਗੇ ਪੰਡਤ। ਸਾਹਿਬ ਕਹਿੰਦੇ ਉਹ ਪੰਡਤ ਹੈ, ਇੱਕ ਉਹ ਹੈ ਜਿਹੜਾ ਕਰਮਕਾਂਡੀ ਹੈ, ਜਿਹਨੂੰ ਸਾਹਿਬ ਕਹਿੰਦੇ ਨੇ ਸੁਣ ਪੰਡਤ ਕਰਮਾਕਾਰੀ। ਇਹ ਕਰਮਕਾਂਡੀ ਪੰਡਤ ਇਹ ਗੱਲ ਧਿਆਨ ਦੇ ਨਾਲ ਸੁਣ। ਜਿਹਨੂੰ ਮਾਲਕ ਕਹਿੰਦੇ ਨੇ ਸੁਣ ਪਾਂਦੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪਾਂਦਾ ਹੈ ਤੂੰ, ਗਿਆਨਵਾਨ ਅਖਵਾਉਣਾ ਹੈ, ਦੂਜਿਆਂ ਨੂੰ ਪੜ੍ਹਾਉਣਾ ਹੈ, ਪਰ ਚੇਤਾ ਤੇ ਕਰਦਾ ਕੀ ਹੈ, ਲਿਖ ਕੀ ਰਿਹਾ ਹੈ, ਪੜ੍ਹਾ ਕੀ ਰਿਹਾ ਹੈ, ਪੜ੍ਹ ਕੀ ਰਿਹਾ ਹੈ, ਇਹ ਵੀ ਤੇ ਖਿਆਲ ਕਰ। ਇੱਦਾਂ ਪੰਡਤ ਨਹੀਂ ਬਣਿਆ ਜਾ ਸਕਦਾ। ਸਿਰਫ ਜ਼ੁਬਾਨ ਦੇ ਨਾਲ ਗਿਆਨ ਇਕੱਠਾ ਕਰਕੇ ਕੰਮ ਨਹੀਂ ਚੱਲਣਾ। ਨਾ ਗਿਆਨ ਨਾਹੀ ਮੁੱਖ ਬਾਤਾਂ, ਮੂੰਹ ਦੇ ਨਾਲ ਗੱਲਾਂ ਕਰਕੇ ਸਿਰਫ ਇੱਦਾਂ ਹੀ ਤੂੰ ਗਿਆਨੀ ਬਣ ਜਾਏਗਾ। ਸਾਹਿਬ ਕਹਿੰਦੇ ਇੱਦਾਂ ਨਹੀਂ ਬਣ ਸਕਦਾ। ਇੱਦਾਂ ਦੇ ਪੰਡਤ ਵੀ ਇਸ ਸੰਸਾਰ ਦੇ ਅੰਦਰ ਬੜੇ ਨੇ, ਗਿਆਨਵਾਨ ਬੜੇ ਨੇ, ਜਿਹੜੇ ਧਰਮ ਦੇ ਕਾਰਜ ਕਰਦੇ ਨੇ। ਸਾਹਿਬ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਜਦੋਂ ਮਾਲਕ ਉਹਨਾਂ ਦੀ ਗੱਲ ਕਰਦੇ ਨੇ, ਸਾਹਿਬ ਕਹਿੰਦੇ ਫਿਰ ਇੱਦਾਂ ਦਾ ਜੀਵਨ ਹੈ ਭਲਿਆ ਤੇਰਾ, ਤੂੰ ਤੇ ਜ਼ਿੰਦਗੀ ਨੂੰ ਹੀ ਖੁਆਰ ਕਰ ਰਿਹਾ। ਤੂੰ ਕਰ ਕੀ ਰਿਹਾ ਹੈ? ਪਾਣੀ 'ਚ ਮਧਾਣੀ ਪਾ ਕੇ ਬੈਠਾ ਹੈ। ਸਭ ਨੇ ਬੜੀ ਵਾਰ ਤਾੜਨਾ ਕੀਤੀ ਹੈ, ਕਿਉਂਕਿ ਅਸਲ 'ਚ ਜਿਹੜਾ ਮੁਖਤਿਆਰ ਹੋਵੇ, ਜਿਹੜਾ ਆਗੂ ਹੋਵੇ, ਜੇ ਉਹਦਾ ਰਸਤਾ ਗਲਤ ਹੋ ਜਾਏ ਨਾ, ਫਿਰ ਉਹਦੇ ਪਿੱਛੇ ਵਾਲੇ ਸਾਰੇ ਡੁੱਬਦੇ ਨੇ। ਆਪ ਡੁੱਬੇ ਚਾਹੋਂ ਵੇਦ ਮੇ ਚੇਲੇ ਦੀਏ ਬਹਾਏ। ਸਾਹਿਬ ਕਹਿੰਦੇ ਆਪ ਤੇ ਡੁੱਬਿਆ ਸੀ, ਸਾਰੇ ਡੁੱਬ ਦਿੱਤੇ। ਇਸ ਕਰਕੇ ਮਾਲਕ ਨੇ ਜਿੱਥੇ ਲੁਕਾਈ ਨੂੰ ਸਮਝਾਇਆ ਹੈ, ਉੱਥੇ ਧਾਰਮਿਕ ਆਗੂਆਂ ਨੂੰ ਬੜਾ ਜ਼ੋਰ ਦੇ ਕੇ ਸਮਝਾਇਆ ਵੀ ਜੇ ਤੁਸੀਂ ਸੁਧਰ ਜਾਓ ਨਾ ਤੇ ਅੱਧਾ ਕੰਮ ਆਪੇ ਸੁਲਝ ਜਾਣਾ ਹੈ, ਕਿਉਂਕਿ ਤੁਸੀਂ ਤੇ ਗਲਤ ਰਾਹ ਤੇ ਪਾਉਂਦੇ ਹੋ ਬਹੁਤਿਆਂ ਨੂੰ। ਅੱਜ ਵੀ ਤੇ ਅਸੀਂ ਉਹਨਾਂ ਦੇ ਪਾਏ ਹੋਏ ਗਲਤ ਰਾਹ ਦੇ ਉੱਤੇ ਧਾਰਮਿਕ ਆਗੂਆਂ ਦੇ ਜ਼ਰੂਰੀ ਨਹੀਂ ਹੈ। ਪੰਡਤ ਦਾ ਭਾਵ ਸਿਰਫ ਕਿਸੇ ਖਾਸ ਸ਼੍ਰੇਣੀ ਦੇ ਨਾਲ, ਖਾਸ ਧਰਮ ਦੇ ਨਾਲ ਸੰਬੰਧਿਤ ਸ਼ਬਦ ਨਹੀਂ ਆਏ। ਹਰੇਕ ਉਹ ਜਿਹੜਾ ਗਿਆਨ ਦੀ ਗੱਲ ਕਰਦਿਆਂ ਹੋਇਆ ਗਿਆਨ ਨੂੰ ਵਿਚਾਰਦਾ ਹੈ, ਉਹ ਪੰਡਤ ਹੈ। ਪਰ ਮਸਲਾ ਹੈ ਵੀ ਕਿਵੇਂ ਦਾ ਹੈ। ਸ਼ਾਇਦ ਕਹਿੰਦੇ ਦੇਖੀ ਕਿਤੇ ਇਹ ਤਾਂ ਨਹੀਂ ਕਰਦਾ, ਕਿਤੇ ਪਾਣੀ 'ਚ ਮਧਾਣੀ ਪਾ ਕੇ ਤੇ ਨਹੀਂ ਬੈਠਾ, ਤੇਰੀ ਜ਼ਿੰਦਗੀ ਬਹੁਤੀ ਇੱਦਾਂ ਦੀ ਹੈ। ਸਾਡਾ ਵੀ ਤੇ ਹਾਲ ਕਈਆਂ ਦਾ ਉੱਦਾਂ ਹੀ ਹੈ। ਸਰ ਕਹਿੰਦੇ ਪਾਣੀ 'ਚ ਮਧਾਣੀ ਨਹੀਂ ਪਾਉਣੀ ਸੀ। ਪੰਡਿਤ ਦਹੀਂ ਵਿਲੋਈ ਹੈ, ਵਿੱਚੋਂ ਨਿਕਲੇ ਤੱਤ, ਵਿੱਚੋਂ ਕੁਝ ਨਿਕਲੇਗਾ। ਜਲ ਮਥੀ ਹੈ, ਜਲ ਦੇਖੀ ਹੈ। ਪਾਣੀ 'ਚ ਮਧਾਣੀ ਪਾਏਗਾ ਤੇ ਪਾ ਕੇ ਬੈਠਾ ਰਹੇ, ਕਦੋਂ ਤੱਕ ਪਾਏਗਾ? ਜਲ ਮਥੀ ਹੈ, ਜਲ ਦੇਖੀ ਹੈ, ਸਭ ਜਗ ਇਹ ਵੱਥ। ਸਭ ਕਹਿੰਦੇ ਸੰਸਾਰ ਦਾ ਹਾਲ ਇੱਦਾਂ ਦਾ ਹੀ ਹੈ, ਪਾਣੀ 'ਚ ਮਧਾਣੀ ਪਾ ਕੇ ਬੈਠਾ। ਤੇ ਜੇ ਕਿਤੇ ਇਹ ਦੁੱਧ 'ਚ ਦਹੀਂ 'ਚ ਮਧਾਣੀ ਪਾ ਲਵੇ ਤੇ ਪ੍ਰਾਪਤੀ ਹੋ ਜਾਏਗੀ ਮੱਖਣ ਦੀ। ਅਸੀਂ ਵੀ ਤੇ ਇੱਦਾਂ ਦੇ ਕਰਮ ਕਾਂਡ ਕਰਦੇ ਹਾਂ
ਜਿਨ੍ਹਾਂ ਤੋਂ ਗੁਰੂ ਨੇ ਵਰਜਿਆ ਹੈ। ਚਾਹੁੰਦੇ ਆ ਵੀ ਗੁਰੂ ਦੇ ਨਾਮ ਦੀ ਉਹ ਤੱਤ ਵਾਲੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਹੋ ਜਾਵੇ, ਪਰ ਤਰੀਕਾ ਉਹ ਨਹੀਂ ਹੈ ਵੀ ਜਿਹੜਾ ਗੁਰੂ ਨੇ ਸਿਖਾਇਆ। ਤਰੀਕਾ ਉਹੀ ਹੈ ਜਿਹੜਾ ਸੰਸਾਰ ਨੇ ਸਿਖਾਇਆ। ਸਾਹਿਬ ਕਹਿੰਦੇ ਉਸ ਤਰੀਕੇ ਨਾਲ ਕੰਮ ਨਹੀਂ ਚੱਲਣਾ। ਜੇ ਸੱਚਮੁੱਚ ਤੱਤ ਲੱਭਣਾ ਹੈ ਨਾ, ਤੇ ਮਾਲਕ ਨੇ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੂਹੀ ਰਾਗ ਦਾ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਸਾਹਿਬ ਕਹਿੰਦੇ ਦੇਖ ਕੁਝ ਸ਼ਰਤਾਂ ਨੇ, ਜੇ ਤੈਨੂੰ ਤੱਤ ਚਾਹੀਦਾ ਹੈ ਕੁਝ ਸ਼ਰਤਾਂ ਨੇ ਉਹ ਮੰਨਣੀਆਂ ਪੈਣਗੀਆਂ ਤੈਨੂੰ। ਉਹ ਸ਼ਰਤ ਕੀ ਹੈ? ਕਹਿੰਦੇ ਦੇਖ ਸੰਸਾਰ ਦੇ ਅੰਦਰ ਜੇ ਕਿਸੇ ਨੇ ਦਹੀਂ ਜਮਾਉਣਾ, ਮੱਖਣ ਚਾਹੀਦਾ ਹੈ ਨਾ, ਤੇ ਉਹਨੂੰ ਕੁਝ ਕੰਮ ਕਰਨੇ ਪੈਂਦੇ ਨੇ। ਪਹਿਲੋਂ ਕੰਮ ਕੀ ਨੇ? ਭਾਂਡਾ ਧੋਏ, ਬੈਸ ਧੂਪ ਦੇਵੋ, ਤਾਓ ਦੁੱਧੈ ਕੋ ਜਾਵੋ, ਦੂਧ ਕਰਮ ਹੁਣ ਸੁਰਤ ਸਮਾਇਣ ਹੋਏ, ਨਿਰਾਸ਼ ਜਮਾਵੋ। ਆਹ ਤਰੀਕਾ ਹੈ। ਪਹਿਲੋਂ ਭਾਂਡੇ ਨੂੰ ਧੋ, ਵਧੀਆ ਐ ਸਾਫ਼ ਕਰ, ਇਹ ਹਿਰਦਾ ਰੂਪ ਭਾਂਡਾ ਤੇਰਾ ਸਾਫ਼ ਹੋਣਾ ਚਾਹੀਦਾ ਹੈ। ਫਿਰ ਦੁੱਧ ਕਿਹੜਾ ਚਾਹੀਦਾ ਹੈ? ਦੂਧ ਕਰਮ, ਬਖਸ਼ਿਸ਼ ਰੂਪ, ਤੇਰੇ ਸੁਭਾਅ ਰੂਪ ਜਿਹੜਾ ਕੰਮ ਹੈ ਨਾ, ਇਹਨੂੰ ਦੁੱਧ ਬਣਾ। ਦੂਧ ਕਰਮ ਹੁਣ ਸੁਰਤ ਸਮਾਇਣ, ਸੁਰਤ ਨੂੰ ਜਾਗ ਬਣਾ, ਕਿ ਦਹੀਂ ਜਮਾਉਣ ਵਾਸਤੇ ਦੁੱਧ ਨੂੰ ਜਾਗ ਤੇ ਲਾਉਣੀ ਪਏਗੀ। ਤੇ ਸਾਹਿਬ ਕਹਿੰਦੇ ਫਿਰ ਸੁਰਤ ਨੂੰ ਤੂੰ ਜਾਗ ਬਣਾ, ਇਹਨੂੰ ਜਾਗ ਲਾ। ਹੁਣ ਸੁਰਤ ਸਮਾਇਣ ਹੋਏ, ਨਿਰਾਸ਼ ਜਮਾਵੋ। ਤੇ ਕਰਨਾ ਕੀ ਹੈ? ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਇੱਕ ਨਾਮ ਜਪ, ਫੇਰ ਤੈਨੂੰ ਮੱਖਣ ਦੀ ਪ੍ਰਾਪਤੀ ਹੋਏਗੀ। ਤੇ ਮੱਖਣ ਕੀ ਹੈ? ਜਦੋਂ ਅਸੀਂ ਗੁਣਾਂ ਨੂੰ, ਸੁਭਾਅ ਨੂੰ ਮੱਥਾਂਗੇ, ਗੁਣਾਂ ਨੂੰ ਮਧਾਣੀ ਦੇ ਵਿੱਚ ਪਾ ਕੇ ਰਿੜਕਾਂਗੇ ਨਾ, ਸਾਹਿਬ ਕਹਿੰਦੇ ਫਿਰ ਪ੍ਰਾਪਤੀ ਹੋਏਗੀ। ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤੱਤ। ਕਿਉਂਕਿ ਦੁੱਧ ਦਾ ਤੱਤ ਕੀ ਹੈ? ਅਖੀਰਲਾ ਹਿੱਸਾ ਕੀ ਹੈ? ਘਿਓ। ਸਾਹਿਬ ਕਹਿੰਦੇ ਫਿਰ ਇੱਦਾਂ ਹੀ ਚੰਗਿਆਈਆਂ ਦਾ ਅਖੀਰਲਾ ਬੰਨਾ, ਅਖੀਰਲਾ ਤੱਤ ਕੀ ਹੈ? ਉਹ ਹੈ ਮਿਠਾਸ, ਨਿਮਰਤਾ ਤੇਰੇ ਜੀਵਨ ਦੇ ਅੰਦਰ। ਇੱਥੋਂ ਪਤਾ ਲੱਗ ਜਾਏਗਾ ਵੀ ਅਸਲ 'ਚ ਕੁਝ ਹੈ ਜਾਂ ਨਹੀਂ ਹੈ। ਦੁੱਧ ਦਾ ਵੀ ਤਾਂ ਇੱਦਾਂ ਹੀ ਪਤਾ ਲੱਗਦਾ ਹੈ ਨਾ। ਚੈੱਕ ਕਰਦੇ ਹਾਂ ਫੈਟ ਕਿੰਨੀ ਹੈ, ਪਤਾ ਲੱਗ ਜਾਂਦਾ ਹੈ ਵੀ ਦੁੱਧ 'ਚ ਕਿੰਨੀ ਮਿਲਾਵਟ ਹੈ, ਕਿੰਨੀ ਖੋਟ ਹੈ, ਕਿੰਨਾ ਸ਼ੁੱਧ ਹੈ। ਇੱਦਾਂ ਹੀ ਸਾਡੀ ਜ਼ਿੰਦਗੀ ਦੇ ਅੰਦਰ ਹੈ। ਸਾਹਿਬ ਕਹਿੰਦੇ ਇੱਕ ਸਵੱਟੀ ਲਾ ਕੇ ਦੇਖ ਲਵੀਂ, ਜੇ ਤੇ ਇਹਦੇ ਅੰਦਰ ਨਿਮਰਤਾ ਮਿਠਾਸ ਹੈ ਫਿਰ ਤਾਂ ਠੀਕ ਹੈ, ਜੇ ਨਹੀਂ ਹੈ ਤੇ ਫਿਰ ਖੋਟ ਨਾਲ ਭਰਿਆ ਹੈ। ਫਿਰ ਇਹਦੇ ਵਿੱਚ ਪਾਣੀ ਜ਼ਿਆਦਾ ਹੈ, ਦੁੱਧ ਘੱਟ ਹੈ, ਗੁਣ ਘੱਟ ਨੇ, ਔਗਣ ਜ਼ਿਆਦਾ ਨੇ, ਤਾਂ ਹੀ ਇਹਦੇ ਅੰਦਰ ਨਿਮਰਤਾ ਨਹੀਂ ਹੈ। ਔਰ ਨਾਲ ਹੀ ਸਾਹਿਬ ਨੇ ਸੁਚੇਤ ਕਰ ਦਿੱਤਾ, ਕਈ ਵਾਰ ਦੇਖ ਕਿਤੇ ਅੱਖਾਂ ਦਾ ਭੁਲੇਖਾ ਨਾ ਖਾ ਜਾਵੀਂ। ਕਿਸੇ ਚਾਤਰ ਨੇ, ਕਿਸੇ ਸਿਆਣੇ ਨੇ ਇੱਦਾਂ ਵੀ ਕੀਤਾ ਹੋ ਸਕਦਾ ਹੈ ਵੀ ਕੁਝ ਫੁੱਟੀਆਂ ਜਿਹੀਆਂ ਉਹਦੇ ਉੱਤੇ ਪਾ ਦਿੱਤੀਆਂ ਹੋਣ। ਕਈ ਵਾਰ ਇੱਦਾਂ ਵੀ ਹੋ ਜਾਂਦਾ ਹੈ, ਮਲਾਈ ਥੋੜ੍ਹੀ ਜਿਹੀ ਉੱਤੇ ਪਾ ਦਿੱਤੀ ਜਾਂਦੀ ਹੈ, ਇੱਦਾਂ ਲੱਗਦਾ ਵੀ ਦੁੱਧ ਸਾਰਾ ਹੀ ਬੜਾ ਵਧੀਆ ਹੈ। ਸਾਹਿਬ ਕਹਿੰਦੇ ਇਹ ਭੁਲੇਖਾ ਨਾ ਖਾ ਲਵੀਂ। ਸਭ ਕੋ ਨਿਵੈ ਆਪ ਕਉ, ਪਰ ਕੋ ਨਿਵੈ ਨਾ ਕੋਏ। ਕਿਤੇ ਇੱਦਾਂ ਦਾ ਨਾ ਹੋਵੇ, ਝੁਕਦੇ ਤੇ ਬੜੇ ਨੇ ਅਪਰਾਧੀ, ਦੂਣਾ ਨਿਵੈ ਜੋ ਹੰਤਾ ਮਿਰਗਾ ਹੈ। ਕਿਤੇ ਇੱਦਾਂ ਦਾ ਤਾਂ ਨਹੀਂ ਕਿਤੇ ਕੋਈ ਵੀ ਜਿਹਨੇ ਉੱਤੇ ਸਿਰਫ ਮਲਾਈ ਪਾਈ ਹੋਵੇ, ਉੱਤੇ ਥੱਲੇ ਕੁਝ ਵੀ ਨਾ ਹੋਵੇ। ਚਿਹਰੇ ਤੋਂ, ਸਰੀਰ ਕਰਕੇ, ਦਿੱਖ ਕਰਕੇ, ਸਿਰਫ ਜ਼ੁਬਾਨ ਕਰਕੇ ਹੀ ਕਿਤੇ ਇੱਦਾਂ ਦਾ ਮਿਠਾਸ, ਨਿਮਰਤਾ ਚੱਕੀ ਫਿਰਦਾ ਹੋਵੇ, ਅੰਦਰ ਕੁਝ ਵੀ ਨਾ ਹੋਵੇ, ਖਿਆਲ ਕਰ ਲਵੇਂ ਨਾਲ ਹੀ। ਸਾਹਿਬ ਨੇ ਸੁਚੇਤ ਵੀ ਹਰੇਕ ਗੱਲ ਦੇ ਨਾਲ ਹੀ ਕੀਤਾ ਹੈ। ਉਹ ਵੱਖਰੀ ਗੱਲ ਹੈ ਕਿ ਅਸੀਂ ਕਈ ਵਾਰ ਆਪਣੀ ਅੱਧੀ ਅਧੂਰੀ ਜ਼ਿੰਦਗੀ ਜਿਉਂਦਿਆਂ ਹੋਇਆਂ ਹਰੇਕ ਕੰਮ ਹੀ ਅੱਧਾ ਅਧੂਰਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਾ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੇ ਤੌਰ ਦੇ ਉੱਤੇ ਜੀਣਾ ਸਿੱਖਦੇ ਹਾਂ, ਸਿਖਾਏਗਾ ਤੇ ਗੁਰੂ, ਅਸੀਂ ਉਹਦੇ ਕੋਲ ਆਉਂਦੇ ਨੇ। ਫਿਰ ਆਪਣੀ ਮਰਜ਼ੀ ਦੇ ਨਾਲ ਅੱਧੀਆਂ ਅਧੂਰੀਆਂ ਜਿਹੀਆਂ ਗੱਲਾਂ, ਅੱਧਾ ਅਧੂਰਾ ਜਿਹਾ ਗੁਰੂ ਦਾ ਗਿਆਨ ਲੈ ਕੇ ਫਿਰ ਸੰਸਾਰ ਨੂੰ ਮੇਰੇ ਵਰਗੇ ਮੱਤ ਦੇਣੀ ਸ਼ੁਰੂ ਕਰ ਦਿੰਦੇ। ਸਾਹਿਬ ਕਹਿੰਦੇ ਕਿਤੇ ਇੱਦਾਂ ਦਾ ਜੀਵਨ ਲੈ ਕੇ ਨਾ ਜੀਆ ਕਰ, ਨਹੀਂ ਤੇ ਪੰਡਤ ਨਹੀਂ ਅਖਵਾ ਸਕਦਾ। ਫੇਰ ਤੈਨੂੰ ਪੰਡਤ ਕਰਮਾਕਾਰੀ, ਕਰਮਕਾਂਡੀ ਪੰਡਤ ਜ਼ਰੂਰ ਕਿਹਾ ਜਾ ਸਕਦਾ ਹੈ। ਫਿਰ ਉਹ ਪੰਡਤ ਨਹੀਂ ਕਹਿ ਸਕਦੇ ਜਿਹਦੇ ਕੋਲ ਰੱਬ ਦਾ ਗਿਆਨ ਹੈ, ਜਿਹਦੇ ਕੋਲ ਗੁਰੂ ਦਾ, ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਹੈ। ਅਗਲੇ ਦੀ ਗੱਲ ਕੀਤੀ, ਕਹਿੰਦੇ ਕੋਈ ਪੰਡਤ ਜੋਤਸ਼ੀ, ਕੋਈ ਜੋਤਸ਼ੀ ਅਖਵਾਉਂਦਾ ਹੈ। ਇੱਥੇ ਬੜੇ ਨੇ ਜੋਤਸ਼ੀ ਅਖਵਾਉਣ ਵਾਲੇ, ਮਾੜੀ ਚੀਜ਼ ਨਹੀਂ ਹੈ ਜੋਤਸ਼, ਬੜੀ ਵਧੀਆ ਚੀਜ਼ ਹੈ। ਪਰ ਜਦੋਂ ਗਲਤ ਹੱਥਾਂ ਦੇ ਵਿੱਚ ਆ ਗਈ, ਉਸੇ ਦਿਨ ਹੀ ਗਲਤ ਹੋ ਗਈ ਹੈ। ਇਹ ਵਿਗਿਆਨ ਹੈ, ਸਾਇੰਸ ਦਾ ਇੱਕ ਹਿੱਸਾ ਹੈ,
ਪੜ੍ਹਾਇਆ ਜਾਂਦਾ ਹੈ ਚੰਗੇ ਚੰਗੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾ ਰਿਹਾ ਹੈ ਸਬਜੈਕਟ ਦੇ ਤੌਰ ਦੇ ਉੱਤੇ। ਪਰ ਜਦੋਂ ਗਲਤ ਹੱਥਾਂ ਦੇ ਵਿੱਚ ਆ ਗਿਆ ਉਸੇ ਦਿਨ ਹੀ ਗਲਤ ਹੋ ਗਿਆ। ਹੁਣ ਅਸੀਂ ਕਈ ਵਾਰ ਜਿਹੜਾ ਹਾਲ ਸਾਡਾ ਅੱਜ ਬਣਦਾ ਜਾ ਰਿਹਾ ਹੈ, ਕੁਝ ਸਾਲਾਂ ਬਾਅਦ ਕਈਆਂ ਨੇ ਇੱਦਾਂ ਕਹਿ ਦੇਣਾ ਵੀ ਇਹ ਗੁਰਬਾਣੀ ਅਸਲ ਦੇ ਵਿੱਚ ਉੱਦਾਂ ਦੀ ਹੈ ਜਿੱਦਾਂ ਦੇ ਪਹਿਲੋਂ ਦੇ ਕਰਮ ਕਾਂਡ ਚੱਲਦੇ ਸਨ, ਉਹੀ ਅੱਜ ਵੀ ਹੈ, ਉਹਦੇ ਤੋਂ ਵੱਖਰੀ ਨਹੀਂ ਹੈ ਬਾਣੀ। ਕਾਰਨ ਕੀ ਹੈ? ਗਲਤ ਹੱਥਾਂ ਦੇ ਵਿੱਚ ਆ ਰਹੀ ਹੈ। ਔਰ ਜਦੋਂ ਗਲਤ ਹੱਥਾਂ ਦੇ ਵਿੱਚ ਆ ਜਾਂਦੀ ਹੈ ਫਿਰ ਸਾਨੂੰ ਕਿਹਾ ਜਾਂਦਾ ਹੈ ਨਾ, ਪਹਿਲੋਂ ਤੋਂ ਵੀ ਚੱਲਦਾ ਹੈ, ਆਹ ਸ਼ਬਦ ਪੜ੍ਹ ਲਓ ਇੱਦਾਂ ਹੋ ਜਾਏਗਾ। ਇੱਦਾਂ ਹੀ ਤੇ ਉਹ ਵੀ ਤੇ ਕਰਦਾ ਸੀ, ਪੰਡਤ ਵੀ ਤੇ ਇਹੀ ਕਰਦਾ ਸੀ ਨਾ, ਤੇ ਆਹ ਕਰ ਲਵੋ ਇੱਦਾਂ ਹੋ ਜਾਏਗਾ, ਇੱਦਾਂ ਕਰ ਲਵੋ ਇੱਦਾਂ ਹੋ ਜਾਏਗਾ। ਅਸੀਂ ਵੀ ਤੇ ਕਹਿਣ ਲੱਗ ਗਏ ਆਹ ਸ਼ਬਦ ਪੜ੍ਹ ਲਓ ਮੁਕੱਦਮੇ ਜਿੱਤ ਮਿਲ ਜਾਏਗੀ, ਆਹ ਕੰਮ ਕਰ ਲਵੋ ਰੋਗ ਦੂਰ ਹੋ ਜਾਏਗਾ, ਆਹ ਸ਼ਬਦ ਇੱਦਾਂ ਪੜ੍ਹ ਲਓ, ਇੰਨੀ ਵਾਰ ਪੜ੍ਹ ਲਓ, ਇਸ ਢੰਗ ਦੇ ਨਾਲ ਪੜ੍ਹ ਲਓ ਤੇ ਆਹ ਪ੍ਰਾਪਤੀ ਹੋ ਜਾਏਗੀ। ਸਾਡੇ ਵਾਲਿਆਂ ਤੇ ਕਮਾਲ ਕਰ ਛੱਡੀ ਹੈ। ਇੱਥੇ ਇੱਦਾਂ ਦੇ ਵੀ ਸਥਾਨ ਹੈਗੇ ਨੇ ਜਿੱਥੇ ਸਾਧਨ ਚੜਾ ਕੇ ਤੇ ਐਂ ਸੋਚਦੇ ਆ ਵੀ ਉਹ ਸਾਧਨ ਸਾਨੂੰ ਮਿਲ ਜਾਏਗਾ। ਇੱਦਾਂ ਦੇ ਵੀ ਮਹਾਨ ਸ਼ਖਸੀਅਤਾਂ ਇੱਥੇ ਹੈਗੀਆਂ ਨੇ। ਤੁਸੀਂ ਜਾਓ, ਜਦੋਂ ਉੱਤੋਂ ਦੀ ਸ਼੍ਰੀ ਸਾਹਿਬ ਪਾਈ ਹੁੰਦੀ ਹੈ, ਮਾਫ਼ ਕਰ ਦੇਣਾ ਸ਼ਬਦ ਕਈ ਵਾਰ ਵਰਤਣਾ ਪੈਂਦਾ ਹੈ। ਕਾਰਨ ਕੀ ਹੈ? ਜਦੋਂ ਗੁਰੂ ਦੇ ਕੋਲੋਂ ਆ ਕੇ ਅਸੀਂ ਸਿੱਖਿਆ ਨਹੀਂ, ਭੇਖ ਬਣਾ ਲਿਆ ਤੇ ਉਹ ਭੇਖ ਪ੍ਰਵਾਨ ਨਹੀਂ ਹੈ। ਭੇਖ ਨਹੀਂ ਪ੍ਰਵਾਨ ਇੱਥੇ ਪ੍ਰਵਾਨ ਹੈ ਗੁਰੂ ਦੇ ਕੋਲੋਂ ਸਿੱਖਿਆ ਹੋਇਆ ਗਿਆਨ, ਗੁਰੂ ਦੇ ਕੋਲੋਂ ਪ੍ਰਾਪਤ ਕੀਤਾ ਗਿਆਨ, ਉਹ ਪ੍ਰਵਾਨ ਹੈ। ਉਹ ਲੋਕ ਜਿਹੜੇ ਰੋਜ਼ਾਨਾ ਕਹਿੰਦੇ ਨੇ ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਨਿਤਨੇਮੀ, ਅਸੀਂ ਸਹਿਜ ਪਾਠ ਵੀ ਕਰਦੇ ਹਾਂ, ਇਤਿਹਾਸ ਦੇ ਵੀ ਅਸੀਂ ਬੜੇ ਜਾਣੂ ਆ ਜੀ, ਸਾਡੇ ਤੋਂ ਜ਼ਿਆਦਾ ਤੇ ਕੋਈ ਗੁਰਮੁਖ ਨਹੀਂ ਹੈ। ਉਹ ਭੂਤਾਂ ਦੇ ਡੇਰਿਆਂ ਤੇ ਜਾ ਕੇ ਮੱਥੇ ਟੇਕਦੇ ਨੇ, ਉੱਥੇ ਜਾ ਕੇ ਬਣਾ ਕੇ ਆਉਂਦੇ ਨੇ, ਘਰ ਵੀ ਬਣਾ ਕੇ ਆਉਂਦੇ ਆ, ਉੱਥੇ ਜਾ ਕੇ ਸਾਧਨ ਮਸ਼ੀਨਰੀਆਂ ਬਣਾ ਕੇ ਆਉਂਦੇ ਵੀ ਇਹ ਸਾਨੂੰ ਪ੍ਰਾਪਤ ਹੋ ਜਾਣਗੀਆਂ। ਤਾਂ ਜਗ੍ਹਾ ਦਾ ਤਾਂ ਬਹੁਤਿਆਂ ਨੂੰ ਪਤਾ ਲੱਗ ਗਿਆ ਹੋਣਾ ਜਿਹਨੂੰ ਜਾ ਕੇ ਮੰਨਦੇ ਆ। ਜਿਹੜੇ ਗੁਰੂ ਘਰ ਦੇ ਉੱਤੇ ਸਿੱਧੇ ਹਮਲਾਵਰ ਹੋ ਕੇ ਆਏ, ਸਾਹਿਬਾਂ ਦੇ ਉੱਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਸਾਰਾ ਯਤਨ ਕੀਤਾ, ਉਹਨਾਂ ਨੂੰ ਜਾ ਕੇ ਅਸੀਂ ਮੱਥੇ ਟੇਕਦੇ ਹਾਂ। ਧੀਰਮਲ ਦੀ ਗੱਦੀ ਦੇ ਉੱਤੇ ਬੈਠਾ ਹੋਇਆ ਵਡਭਾਗ ਸਿੰਘ, ਕਿੰਨੇ ਜਾਂਦੇ ਨੇ ਉੱਥੇ, ਵਹੀਰਾਂ ਘੱਤ ਕੇ ਜਾਂਦੇ ਨੇ। ਇੱਥੋਂ ਜਾਂਦੇ ਨੇ ਜੀ ਅਸੀਂ ਅਨੰਦਪੁਰ ਸਾਹਿਬ ਚੱਲੇ ਹਾਂ, ਤੇ ਅਨੰਦਪੁਰ ਸਾਹਿਬ ਤੋਂ ਅੱਗੇ ਜਾਂਦੇ ਨੇ ਕਿੱਥੇ? ਵਡਭਾਗ ਸਿੰਘ ਦੇ। ਅਕਿਰਤ ਕਣ ਕਿੰਨੇ ਵੱਡੇ ਆ। ਇਸ ਤੋਂ ਜ਼ਿਆਦਾ ਅਕਿਰਤ ਘਣਤਾ ਦੀ ਗੱਲ ਕੀ ਹੋਏਗੀ? ਸਾਹਿਬ ਦੇ ਕੋਲੋਂ ਦਰਸ਼ਨ ਕਰਕੇ, ਸਾਹਿਬ ਦੇ ਕੋਲ ਮੱਥਾ ਟੇਕ ਕੇ ਤੇ ਫਿਰ ਚੱਲ ਜਾਂਦੇ ਅੱਗੇ, ਆਉਂਦਿਆਂ ਫਿਰ ਉੱਥੇ ਆ ਕੇ ਲੰਗਰ ਛਕ ਲਿਆ ਜੀ ਅਸੀਂ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਆ। ਸਾਹਿਬ ਕਹਿੰਦੇ ਐ ਨਹੀਂ ਦਰਸ਼ਨ ਹੁੰਦੇ, ਇੱਦਾਂ ਦਰਸ਼ਨ ਥੋੜ੍ਹੀ ਨਾ ਹੋ ਜਾਣਗੇ, ਇੱਦਾਂ ਤੇਰੇ ਵਰਗੇ ਰੋਜ਼ਾਨਾ ਦਰਸ਼ਨ ਕਰਨ ਆਉਂਦੇ ਆ, ਫਿਰ ਪ੍ਰਾਪਤੀਆਂ ਥੋੜ੍ਹੀ ਨਾ ਕਰਦੇ ਹੋ। ਥਾਂ ਥਾਂ ਦੇ ਉੱਤੇ ਮੂੰਹ ਮਾਰਦਾ ਫਿਰਦਾ ਹੈ, ਉਹ ਵੀ ਉਹਨਾਂ ਦੇ ਕੋਲ ਜਿਹੜੇ ਗੁਰੂ ਘਰ ਦੇ ਦੋਖੀ ਨੇ, ਜਿਨ੍ਹਾਂ ਨੇ, ਜਦੋਂ ਅਸੀਂ ਰਹਿਤ ਮਰਿਆਦਾ ਨੂੰ ਪੜ੍ਹਦੇ ਹਾਂ, ਸਿੱਖ ਰਹਿਤ ਮਰਿਆਦਾ ਸਪਸ਼ਟ ਤੌਰ ਦੇ ਉੱਤੇ ਦਰਜ ਹੈ, ਸਪਸ਼ਟ ਲਿਖਿਆ ਹੋਇਆ ਹੈ। ਕਿਸੇ ਨੂੰ ਭੁਲੇਖਾ ਹੋਵੇ ਤੇ ਚੈਪਟਰ ਪੜ੍ਹ ਲਿਆ ਜੇ ਜਾ ਕੇ ਬੱਜਰ ਕੁਰੈਤ ਤੋਂ ਬਾਅਦ ਵਿੱਚ, ਜਦੋਂ ਅਸੀਂ ਅਖੀਰਲੇ ਬੰਨੇ ਪਹੁੰਚਦੇ ਹਾਂ ਤੇ ਉੱਥੇ ਜਿਹੜੀਆਂ ਕੁਰੈਤਾਂ ਲਿਖੀਆਂ ਨੇ, ਜਿਨ੍ਹਾਂ ਦੇ ਕਰਕੇ ਅਸੀਂ ਤਨਖਾਹੀਏ ਕਰਾਰ ਸਿੱਧ ਹੋ ਜਾਂਦੇ ਹਾਂ, ਤਨਖਾਹੀਏ ਕਰਾਰ ਦਿੱਤੇ ਜਾਂਦੇ ਆ। ਉਹਦੇ ਵਾਸਤੇ ਜਦੋਂ ਤਨਖਾਹੀਏ ਕਰਾਰ ਦਿੱਤੇ ਜਾਈਏ, ਉਹਦਾ ਇੱਕ ਤਰੀਕਾ ਹੁੰਦਾ ਹੈ, ਪੰਜਾਂ ਪਿਆਰਿਆਂ ਦੇ ਕੋਲ ਆ ਕੇ ਅਰਦਾਸ ਕਰਾਉਣੀ ਪੈਂਦੀ ਹੈ। ਫਿਰ ਮੁੜ ਉਹ ਭੁੱਲ ਗਲਤੀ ਜਿਹੜੀ ਹੈ ਉਹ ਮਾਫ਼ ਹੁੰਦੀ ਹੈ ਜਦੋਂ ਸੇਵਾ ਲੱਗਦੀ ਹੈ। ਉਸ ਤਨਖਾਹ ਨੂੰ ਲਵਾ ਕੇ ਫਿਰ ਅਸੀਂ ਪਹਿਲਾਂ ਵਰਗੇ ਹੋ ਸਕਦੇ ਹਾਂ। ਗੁਨਾਹ ਕਰਨ ਤੋਂ ਬਾਅਦ ਇਹ ਗੁਨਾਹ ਹੈ। ਗੁਨਾਹ ਕੀ ਉੱਥੇ ਲਿਖਿਆ ਹੋਇਆ ਹੈ? ਧੀਰ ਮੱਲੀਏ ਰਾਮ ਰਾਈਏ ਮੀਣੇ ਮਸੰਦ, ਇਹਨਾਂ ਦੇ ਨਾਲ ਸਾਂਝ ਰੱਖਣ ਵਾਲਾ, ਰੋਟੀ ਬੇਟੀ ਦੀ ਸਾਂਝ ਕਰਨ ਦੀ ਮਨਾਹੀ ਹੈ, ਤੇ ਜੇ ਕੋਈ ਕਰੇਗਾ ਤੇ ਉਹ ਤਨਖਾਹੀਆ ਹੈ। ਹੁਣ ਅਸੀਂ ਕਿੰਨੇ ਜਾਂਦੇ ਹਾਂ? ਧੀਰ ਮੱਲੀਆਂ ਦੇ, ਰਾਮ ਰਾਈਆਂ ਦੇ ਤੇ ਚਲੋ ਘੱਟ ਜਾਂਦੇ ਹਾਂ, ਪਰ ਧੀਰ ਮੱਲੀਆਂ ਦੇ ਤੇ ਬਹੁਤ ਜਾਂਦੇ ਹਾਂ। ਵਹੀਰਾ ਘੱਤ ਕੇ ਜਾਂਦੇ ਉੱਥੇ। ਉਹ ਜਾਂਦੇ ਨੇ ਜਿਹੜੇ ਕਹਿੰਦੇ ਅਸੀਂ ਬੜੀ ਬਾਣੀ ਪੜ੍ਹਦੇ ਹਾਂ, ਤੇ ਜਾਂਦੇ ਕਿੱਥੇ ਨੇ? ਜਿੱਥੇ ਭੂਤ ਮਨਾਏ ਜਾਂਦੇ ਨੇ, ਗੁਰੂ ਨਹੀਂ। ਜਿੱਥੇ ਭੂਤਾਂ ਦੀਆਂ ਗੱਲਾਂ, ਭੂਤ ਕੱਢੇ ਜਾਂਦੇ ਨੇ। ਸਾਹਿਬ ਕਹਿੰਦੇ ਤੇਰੇ ਤੋਂ ਵੱਡਾ ਵੀ ਕੋਈ ਭੂਤ ਹੋਵੇਗਾ। ਫਿਰ ਅਸੀਂ ਨਾਲ ਜੋੜ ਦਿੱਤਾ ਵੀ ਇਹ ਆਪੇ ਨਹੀਂ ਜੀ, ਇਹ ਤੇ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜੀ, ਵਰ ਦਿੱਤਾ ਸੀ
ਕਿ ਤੂੰ ਭੂਤਾਂ ਦਾ ਰਾਜਾ ਹੋਵੇਂਗਾ। ਅਸੀਂ ਜਿੱਥੇ ਆਪ ਨਲਾਇਕ ਹੈਗੇ ਆ ਨਾ, ਉੱਥੇ ਗੁਰੂ ਨੂੰ ਵੀ ਆਪਣੀ ਕਤਾਰ 'ਚ ਖੜਾ ਕਰਨਾ ਚਾਹੁੰਦੇ ਆ ਵੀ ਸਾਹਿਬ ਵੀ ਇੱਦਾਂ ਦੇ ਵਾਰ ਸ਼ਰਾਪ ਦਿੰਦੇ ਨੇ। ਥਾਂ ਥਾਂ ਦੇ ਉੱਤੇ ਜੋੜਿਆ ਸੀ ਵੀ ਇੱਥੇ ਜੀ ਸਾਹਿਬ ਨੇ ਆਹ ਵਰ ਦੇ ਦਿੱਤਾ, ਇੱਥੇ ਜੀ ਸ਼ੇਖ ਫਤਿਹ ਨੂੰ ਵਰ ਦੇ ਦਿੱਤਾ ਵੀ ਤੇਰੇ ਕੁੱਤੇ ਵੀ ਕੀ ਹੱਦ ਹੋ ਗਈ ਆ। ਸਾਹਿਬ ਕਿ ਇੱਦਾਂ ਵਰ ਸ਼ਰਾਪ ਮਾਲਕ ਤੇ ਆਪ ਕਹਿੰਦੇ ਨੇ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ, ਬਸ਼ਰਮ ਨੇ ਉਹ ਲੋਕ। ਨਿਲੱਜ ਦਾ ਭਾਵ ਬਸ਼ਰਮ, ਜਿਹੜੇ ਇੱਦਾਂ ਦੀ ਜ਼ਿੰਦਗੀ ਜਿਉਂਦੇ ਨੇ, ਇੱਕ ਤੋਂ ਦੂਜੇ ਥਾਂ, ਦੂਜੇ ਤੋਂ ਤੀਜੇ ਥਾਂ, ਜਿਹੜੇ ਇੱਦਾਂ ਗਧੀਆਂ ਵੰਡਦੇ ਫਿਰਦੇ ਨੇ, ਜਿਹੜੇ ਇੱਦਾਂ ਦੇ ਕਰਮ ਕਾਂਡ ਕਰਦੇ ਨੇ। ਮਾਲਕ ਕਹਿੰਦੇ ਉਹਨਾਂ ਦਾ ਹਾਲ ਇੱਦਾਂ ਦਾ ਏ, ਉਹ ਕਦੇ ਉਸ ਮਾਰਗ ਤੇ ਜਾ ਨਹੀਂ ਸਕਦੇ, ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦੇ। ਜਿਵੇਂ ਚੂਹੇ ਦੀ ਪੂਛ ਨੂੰ ਵੱਝਾ ਹੋਵੇ ਛੱਜ, ਉਹ ਕਦੇ ਆਪਣੀ ਖੁੱਡ 'ਚ ਨਹੀਂ ਵੜ ਸਕਦਾ। ਸਾਹਿਬ ਕਹਿੰਦੇ ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ। ਇਹ ਹਾਲ ਉੱਦਾਂ ਦਾ ਹੀ ਹੈ, ਅਸੀਂ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਹਾਂ। ਇਹ ਤੇ ਹੈ ਸਾਡਾ ਜੀਵਨ। ਜਦੋਂ ਤੱਕ ਅਸੀਂ ਆਪਣਾ ਜੀਵਨ ਨਹੀਂ ਸੰਵਾਰਦੇ, ਸਾਹਿਬ ਕਹਿੰਦੇ ਉਹਨਾਂ ਚਿਰ ਤੱਕ ਤੇ ਜਾ ਮਾਲਕ ਦੇ ਨਾਲ ਜੋੜ ਹੀ ਨਹੀਂ ਸਕਦੇ। ਸੁੱਖਾ ਜਿਹਾ ਹੈ ਤਰੀਕਾ ਹੀ ਇਹ ਹੈ, ਪੜ੍ਹਦੇ ਆ ਨਾ ਅਸੀਂ ਆਪਣੀ ਮਰਜ਼ੀ ਦੇ ਨਾਲ ਆ ਕੇ ਅਰਜ਼ੋਈ ਕਰਦੇ ਆ, ਆ ਕੇ ਦਾਅਵਾ ਕਰਦੇ ਆ ਵੀ ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਸਤਿਗੁਰ ਸਿੱਖ ਹੈ ਬੰਧਨ ਘੱਟ ਹੈ, ਤੁਸੀਂ ਸਾਡੇ ਵੀ ਬੰਧਨ ਕੱਟੋ। ਤੇ ਮਾਲਕ ਕਹਿੰਦੇ ਅੱਗੇ ਸ਼ਰਤ ਨਹੀਂ ਪੜੀ, ਸ਼ਰਤ ਵੀ ਤਾਂ ਹੈਗੀ ਆ ਨਾ, ਸ਼ਰਤ ਤੇ ਪੂਰੀਆਂ ਕਰਨੀਆਂ ਪੈਣਗੀਆਂ। ਗੁਰੂ ਨੇ ਹਰ ਥਾਂ ਦੇ ਉੱਤੇ ਸ਼ਰਤ ਰੱਖੀ ਹੈ, ਜਦੋਂ ਤੱਕ ਸ਼ਰਤ ਨਹੀਂ ਪੂਰੀ ਕਰਦੇ ਅੱਧੀ ਅਧੂਰੀ ਗੱਲ ਦੇ ਨਾਲ ਕੰਮ ਨਹੀਂ ਚੱਲਣਾ। ਸਰ ਕਹਿੰਦੇ ਬਖਸ਼ਿਸ਼ਾਂ ਲੈਣੀਆਂ ਹੈ, ਤੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਗੁਰੂ ਬੰਧਨ ਕੱਟਦਾ ਹੈ ਜਿਹੜਾ ਆ ਜਾਵੇ, ਪਰ ਸ਼ਰਤ ਹੈ ਨਾਲ ਮੰਨਣੀ ਪਏਗੀ। ਉਹ ਕੀ ਹੈ? ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਪਹਿਲਾਂ ਪਖੰਡ ਕਰਨ ਦੇ ਛੱਡ, ਵਿਕਾਰੀ ਸੁਭਾਅ ਤੇ ਛੱਡ, ਆਦਤਾਂ ਦੇ ਬਦਲ, ਫਿਰ ਤੇ ਬੰਧਨ ਵੀ ਕੱਟੇ ਜਾਣਗੇ। ਚਾਹੁੰਦੇ ਆ ਵੀ ਆਪਣਾ ਸੁਭਾਅ ਨਾ ਬਦਲੀਏ ਤੇ ਬੰਧਨ ਕੱਟੇ ਜਾਣ। ਮਤਲਬ ਕਹਿੰਦੇ ਇੱਦਾਂ ਬੰਧਨ ਨਹੀਂ ਕੱਟੇ ਜਾਣਗੇ। ਅੱਜ ਕਿੰਨੇ ਅਸੀਂ ਜਿਹੜੇ ਜੋਤਸ਼ੀਆਂ ਦੇ ਕੋਲ ਤੁਰੇ ਫਿਰਦੇ ਆ, ਪੁੱਤ ਦਾ ਵਿਆਹ ਕਰਨਾ ਹੋਵੇ, ਧੀ ਦਾ ਵਿਆਹ ਕਰਨਾ ਹੋਵੇ, ਸਾਰਾ ਕੁਝ ਕਰਕੇ ਆ ਜਾਂਦੇ ਆ। ਪਹਿਲਾਂ ਪੰਡਤ ਦੇ ਕੋਲ ਜਾਵਾਂਗੇ, ਉੱਥੇ ਸਾਰਾ ਕੁਝ ਕਰਾ ਕੇ ਨਾ, ਦਿਨ ਵਾਰ ਤਿੱਤ ਕਢਾ ਕੇ, ਫਿਰ ਆ ਕੇ ਕਵਾਂਗੇ ਭਾਈ ਸਾਹਿਬ ਜੀ ਸ਼ਬਦ ਪੜ੍ਹ ਦਿਓ। ਕਿਹੜਾ ਸ਼ਬਦ? ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀਆ। ਜਦੋਂ ਸਾਰਾ ਕੁਝ ਹੋ ਜਾਂਦਾ ਹੈ, ਹਾਲਾਤ ਸਾਡੇ ਇੱਦਾਂ ਦੇ ਆ, ਤਰੀਕ ਮਿੱਥ ਲਈ, ਰਿਸ਼ਤੇਦਾਰਾਂ ਨੂੰ ਸੁਨੇਹੇ ਪਹੁੰਚ ਗਏ, ਪੈਲੇਸ ਬੁੱਕ ਹੋ ਗਏ, ਕਾਰੀਗਰ ਬੁੱਕ ਹੋ ਗਏ, ਹਲਵਾਈ, ਸਾਰਾ ਕੁਝ ਤਿਆਰ ਹੋ ਗਿਆ। ਹੁਣ ਚੇਤਾ ਆਇਆ ਵੀ ਅਖੰਡ ਪਾਠ ਸਾਹਿਬ ਵੀ ਕਰਾਉਣਾ ਸੀ, ਸੁਖਮਨੀ ਸਾਹਿਬ ਵੀ ਕਰਾ ਲੈਂਦੇ, ਹੁਣ ਟਾਈਮ ਤੇ ਆ ਨਹੀਂ, ਟਾਈਮ ਹੋ ਗਿਆ, ਹੁਣ ਦਿਨ ਥੋੜੇ ਰਹਿ ਗਏ ਆ, ਇਸ ਕਰਕੇ ਹੁਣ ਸੁਖਮਨੀ ਸਾਹਿਬ ਵੀ ਕਰਾ ਲੈਂਦੇ ਆ। ਇਹ ਕੀ ਸੀ? ਫਿਰ ਪੜ੍ਹਨ ਦਾ ਕੀ ਮਤਲਬ ਹੋਇਆ? ਫਿਰ ਇਕੱਲਾ ਪੜ੍ਹਿਆ ਕੰਮ ਚੱਲ ਜਾਏਗਾ ਵੀ ਕੀਤਾ ਲੋੜੀਆ ਕੰਮ ਸੋ ਹਰਿ ਪੈ ਆਖੀਆ? ਕਰਨਾ ਤੇ ਉਦਣ ਚਾਹੀਦਾ ਸੀ। ਸਾਹਿਬ ਜੀ ਅੱਜ ਅਸੀਂ ਚੱਲੇ ਆ, ਤਰੀਕ ਮਿਥਣ, ਤੁਸੀਂ ਕਿਰਪਾ ਕਰਿਓ, ਸੋਝੀ ਬਖਸ਼ ਦਿਓ, ਸਾਨੂੰ ਨਹੀਂ ਕਿਸੇ ਹੋਰ ਸਹਾਰੇ ਦੀ ਲੋੜ। ਪੜ੍ਹੀਏ ਜਿੰਨਾ ਮਰਜ਼ੀ, ਪੜ੍ਹਿਆ ਕੰਮ ਨਹੀਂ ਚੱਲਣਾ ਜਦੋਂ ਤੱਕ ਮੰਨਦੇ ਨਹੀਂ। ਕਹਿੰਦੇ ਆ ਨਾ, ਜਦੋਂ ਅਸੀਂ ਸਤਿਗੁਰੂ ਦੇ ਸ਼ਬਦ ਪੜ੍ਹਦੇ ਆ, ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ, ਵੇਖਾਲ ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦਾ ਰੱਖਾਂ ਸੰਭਾਲ। ਵੀ ਸਤਿਗੁਰੂ ਕਿਸੇ ਹੋਰ ਦੇ ਕੋਲ ਨਾ ਜਾਵਾਂ, ਜੇ ਕਿਸੇ ਹੋਰ ਦੇ ਕੋਲ ਜਾਵਾਂ ਤੇ ਫਰੀਦ ਸਾਹਿਬ ਕਹਿੰਦੇ ਜੇ ਤੂੰ ਇਵੇਂ ਰੱਖ ਸੀ ਤਾਂ ਜੀਓ ਸ਼ਰੀਰੋਂ ਲੈ। ਜੇ ਮੈਨੂੰ ਕਿਸੇ ਹੋਰ ਦੇ ਕੋਲ ਜਾਣਾ ਪਵੇ ਤਾਂ ਚੰਗਾ ਹੈ ਵੀ ਮੇਰੇ ਸਰੀਰ ਚੋਂ ਜਿੰਦ ਹੀ ਨਿਕਲ ਜਾਵੇ। ਅਸੀਂ ਕਿੰਨਿਆਂ ਦੇ ਕੋਲ ਜਾਂਦੇ? ਸਾਰਾ ਕੁਝ ਕਰਨ ਤੋਂ ਬਾਅਦ ਫਿਰ ਗੁਰੂ ਦੇ ਕੋਲ ਆ ਕੇ, ਫਿਰ ਇੱਥੇ ਆ ਕੇ ਕਹਿੰਦੇ ਆ ਵੀ ਭਾਈ ਸਾਹਿਬ ਜੀ ਹੁਣ ਤੇ ਸੁਖਮਨੀ ਸਾਹਿਬ ਨੂੰ ਹੀ ਰੋਣਾ, ਹੁਣ ਤੁਸੀਂ ਇੱਦਾਂ ਕਰਿਓ, ਜਿਸ ਦਿਨ ਅਸੀਂ ਬਰਾਤ ਲੈ ਕੇ ਆਵਾਂਗੇ ਨਾ, ਉਸ ਦਿਨ ਅਰਦਾਸ ਕਰ ਦਿਓ। ਤੇ ਅਰਦਾਸ ਵੇਲੇ ਸ਼ਬਦ ਕਿਹੜਾ, ਜਦੋਂ ਮਿਲਣੀ ਕਰਨੀ ਉਦੋਂ ਸ਼ਬਦ ਕਿਹੜਾ ਪੜ੍ਹਦੇ ਹੋ? ਹਮ ਕਰ ਸਾਜਨ ਆਏ। ਮਾਫ਼ ਕਰ ਦੇਣਾ, ਸੱਚਮੁੱਚ ਹੀ ਸਾਜਨ ਆਏ ਹੁੰਦੇ ਨੇ। ਕਦੇ ਜੀਵਨ ਦੇਖੀਏ, ਉਦੋਂ ਪੜ੍ਹਨ ਨੂੰ ਜੀ ਪਤਾ ਕੀ ਕਰਦਾ ਹੈ? ਹਮ ਕਰ ਸਾਜਨ ਆਏ ਨਹੀਂ ਪੜ੍ਹਨ ਨੂੰ ਜੀ ਕਰਦਾ। ਮਾਫ਼ ਕਰ ਦੇਣਾ, ਉਦੋਂ ਪੜ੍ਹਨ ਨੂੰ ਜੀ ਕਰਦਾ ਹੁੰਦਾ ਹਮ ਕਰ ਭੂਤ ਨੇ ਆਏ। ਜੀਵਨ ਹੀ ਇੱਦਾਂ ਦੇ ਆ, ਲੱਛਣ ਹੀ ਇੱਦਾਂ ਦੇ ਆ, ਸੁਭਾਅ ਇੱਦਾਂ ਦਾ ਹੈ। ਉਦੋਂ ਸਾਜਨ ਤੇ ਕਹਿਣ ਨੂੰ ਜੀ ਨਹੀਂ ਕਰਦਾ। ਜ਼ਿੰਦਗੀ ਇੱਦਾਂ ਦੀ ਜੀਣੀ ਹੈ ਨੀਵੇਂ ਪੱਧਰ ਦੀ, ਫਿਰ ਕਹਿੰਦੇ ਸਾਜਨ ਆਏ। ਸਾਜਨ ਕੌਣ ਹੈ? ਸੱਜਣ
ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਆ ਸਭਨਾ ਦੇ ਵੈਸਾਹ। ਉਹ ਹੈ ਅਸਲ ਦੇ ਵਿੱਚ ਸਾਜਨ ਜਿਹਦੇ ਕੋਲ ਗੁਣ ਨੇ, ਜਿਹਦੇ ਕੋਲ ਗੁਣ ਹੀ ਨਹੀਂ ਹੈਗੇ ਉਹਨੂੰ ਸਾਜਨ ਕਹੀ ਫਿਰਦੇ। ਇਹਨਾਂ ਵਾਸਤੇ ਸ਼ਬਦ ਨਹੀਂ ਸੀ ਜਿੱਦਾਂ ਅਸੀਂ ਧੱਕੇ ਨਾਲ ਆ ਵੀ ਪੜ੍ਹ ਦੋ ਜੀ, ਆ ਵੀ ਪੜ੍ਹ ਦੋ। ਕਿਉਂ ਪੜ੍ਹ ਦੋ, ਕਿੱਥੇ ਪੜ੍ਹ ਦੋ, ਕਿਹਦੇ ਵਾਸਤੇ ਪੜ੍ਹਾ ਰਹੇ ਹੋ, ਇਹ ਵੀ ਤੇ ਦੇਖ ਲਵੋ। ਕਦੇ ਇਸ ਬੰਨੇ ਖਿਆਲ ਵੀ ਤੇ ਕਰੀਏ ਵੀ ਕਰ ਕੀ ਰਹੇ ਆ, ਕਰਦੇ ਕੀ ਆ। ਬਸ ਜੋ ਮਨ ਚ ਆਇਆ, ਚੰਗਾ ਜਿਹਾ ਲੱਗਾ, ਮੇਰੇ ਕੰਨਾਂ ਨੂੰ ਚੰਗਾ ਜਿਹਾ ਲੱਗਦਾ ਏ, ਤਾਂ ਮੈਂ ਕਹਿ ਦਿੰਦਾ ਵੀ ਹਮਕਰ ਸਾਜਨ ਆਏ ਪੜ੍ਹ ਦੋ। ਸਾਚੇ ਮੇਲ ਮਿਲਾਏ, ਸੱਚੇ ਨੇ ਮੇਲ ਮਿਲਾਏ ਆ? ਨਹੀਂ, ਸੱਚੇ ਨੇ ਮੇਲ ਥੋੜੀ ਨਾ ਮਿਲਾਏ ਆ। ਮੇਲ ਤੇ ਮਿਲਾਏ ਆ ਕੋਠੀ ਨੇ, ਮੇਲ ਤੇ ਮਿਲਾਏ ਆ ਬੈਂਕ ਬੈਲੈਂਸ ਨੇ, ਮੇਲ ਤੇ ਮਿਲਾਏ ਆ ਡਿਗਰੀਆਂ ਨੇ। ਸੱਚੇ ਨੇ ਮੇਲ ਕਿੱਥੇ ਮਿਲਾਇਆ? ਜਦੋਂ ਸੱਚਾ ਮੇਲ ਮਿਲਾਉਂਦਾ ਹੈ ਤੇ ਫਿਰ ਬਾਹਰੀ ਦਿੱਖ ਨਹੀਂ, ਫਿਰ ਸੱਚਾ ਮੇਲ ਮਿਲਾਉਣ ਲੱਗੇ ਕਹਿੰਦਾ ਹੈ ਵੀ ਭਲਿਆ ਗੁਣ ਦੇਖੀ, ਐ ਨਾ ਦੇਖੀ ਬਾਹਰ ਕੀ ਹੈ, ਏਦਾਂ ਦੇਖੀ ਵੀ ਅੰਦਰ ਕੀ ਹੈ। ਸੱਚੇ ਦੇ ਮੇਲ ਮਿਲਾਉਣ ਦਾ ਇਹ ਤਰੀਕਾ ਹੈ। ਸੱਚੇ ਨੇ ਤੇ ਬਾਰ-ਬਾਰ ਸਿਖਾਇਆ ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਤੇ ਤੂੰ ਕਿਹਦੇ ਨਾਲ ਸਾਥ ਬਣਾਇਆ, ਕਿਹਦੇ ਨਾਲ ਸਾਥ ਬਣਾ ਰਹੇ ਆ? ਜਿਹੜਾ ਆਉਂਦਿਆਂ ਹੀ ਕਹਿੰਦਾ ਹੈ। ਅੱਜ ਬਣਾਇਆ ਹੈ ਕੁਝ? ਕੀ ਬਣਾਇਆ? ਫਿਰ ਬਰਾਤ ਨੂੰ ਕੀ ਛਕਾਓਗੇ, ਕਿਹੜੀ ਲਿਆ ਕੇ ਪਿਆਓਗੇ? ਉਹਨਾਂ ਵਾਸਤੇ ਸ਼ਬਦ ਪੜ੍ਹਾਉਂਦੇ ਆ ਹਮਕਰ ਸਾਜਨ ਆਏ। ਅਸੀਂ ਅਕਿਰਤ ਕਾਣੇ ਆ, ਇਹ ਸੱਚ ਹੈ, ਮੰਨਣਾ ਪਏਗਾ। ਹਰੇਕ ਥਾਂ ਅਸੀਂ ਇਦਾਂ ਹੀ ਕਰਦੇ ਹਾਂ। ਸਤਿਗੁਰੂ ਨੇ ਸਾਨੂੰ ਹਰੇਕ ਚੀਜ਼ ਇੱਕ ਇੱਕ ਗੱਲ ਨੂੰ ਸਿਖਾਇਆ, ਅਸੀਂ ਸਿੱਖਿਆ ਨਹੀਂ ਤੇ ਫਿਰ ਦੋਸ਼ ਮੜ੍ਹਦੇ ਹਾਂ ਗੁਰੂ ਦੇ ਉੱਤੇ ਵੀ ਸਤਿਗੁਰੂ ਜੀ ਆਹ ਮਾੜਾ ਕਰ ਦਿੱਤਾ, ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਸਾਹਿਬ ਕਹਿੰਦੇ ਤੂੰ ਕੀਤਾ, ਮੈਂ ਨਹੀਂ ਕੀਤਾ। ਮੇਰੇ ਕੋਲ ਤੇ ਪੁੱਛਣ ਹੀ ਨਹੀਂ ਆਉਂਦਾ ਕਦੇ ਵੀ ਮੈਂ ਆਹ ਕਰਨ ਚੱਲਿਆ। ਮੈਨੂੰ ਪੁੱਛ ਕੇ ਗੱਡੀ ਚਲਾ ਰਿਹਾ ਸੀ ਵੀ ਰੱਜ ਕੇ ਗੱਡੀ ਚਲਾ। ਜੇ ਤੂੰ ਨਹੀਂ ਪੀਤੀ ਤੇ ਦੂਜੇ ਨੇ ਪੀਤੀ ਹੋਏਗੀ, ਉਹ ਨੁਕਸਾਨ ਕਰ ਗਿਆ ਤੇਰਾ। ਕਿਤੇ ਨਾ ਕਿਤੇ ਤੇ ਜ਼ਿੰਮੇਵਾਰ ਹੈਗਾ, ਕਿਤੇ ਨਾ ਕਿਤੇ ਤੇਰਾ ਸੁਭਾਅ, ਤੇਰੇ ਕਰਮ ਕਾਂਡ, ਤੇਰੇ ਜੀਣ ਦਾ ਤਰੀਕਾ ਇਹ ਮੈਟਰ ਕਰਦਾ ਹੈ। ਹਰੇਕ ਚੀਜ਼ ਮੈਟਰ ਕਰਦੀ ਹੈ। ਤੂੰ ਆਪਣੇ ਅੰਦਰ ਦੇਖ ਵੀ ਤੂੰ ਕੀ ਕੀਤਾ ਹੈ। ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਉਦੋਂ ਦੇਖਿਆ ਕਰੋ ਕੀ ਹਾਲ ਹੁੰਦਾ ਹੈ। ਗੁਰਮੁਖ ਖਵਾਉਣ ਵਾਲੇ ਵੀ ਉਦੋਂ ਕਹਿੰਦੇ ਨੇ ਕੋਈ ਨਹੀਂ ਜੀ, ਇਹਨਾਂ ਨੂੰ ਵੀ ਕਰ ਲੈਣ ਦਿਓ। ਸਾਹਿਬ ਨੇ ਜਿਨ੍ਹਾਂ ਚੀਜ਼ਾਂ ਤੋਂ ਵਰਜਿਆ ਉਹ ਕਰਾ ਰਹੇ ਹੁੰਦੇ ਆ। ਪਿੰਡ ਪੱਤਲ ਉਹ ਸਾਰਾ ਕੁਝ ਉੱਥੇ ਕਰਾ ਰਹੇ ਹੁੰਦੇ ਆ। ਜਦੋਂ ਸ਼ਮਸ਼ਾਨ ਦੇ ਵਿੱਚ ਪਹੁੰਚਦੇ ਆ ਨਾ, ਸਾਰਾ ਕੁਝ ਉੱਥੇ ਕਰਾ ਰਹੇ ਹੁੰਦੇ ਆ। ਉੱਦਾਂ ਅਸੀਂ ਕਹਿੰਦੇ ਆ ਜੀ ਗੁਰਮੁਖ। ਫਿਰ ਅਸੀਂ ਕਹਿੰਦੇ ਭਾਈ ਸਾਹਿਬ ਜੀ ਸ਼ਬਦ ਗਾ ਦਿਓ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਹਾਲਾਤ ਕੀ ਨੇ, ਚਾਹੁੰਦੇ ਕੁਝ ਹੋ ਰਿਹਾ। ਸਾਹਿਬ ਕਹਿੰਦੇ ਏਦਾਂ ਦਾ ਜੀਵਨ ਨਹੀਂ। ਕਹਿਣ ਨੂੰ ਜੋ ਮਰਜ਼ੀ ਕਹੀ ਜਾ, ਉਹ ਪਾਂਦਾ, ਉਹ ਵੇਦ ਸਦਾਏ। ਕੋਈ ਆਪਣੇ ਆਪ ਨੂੰ ਵੈਦ ਅਖਾਉਂਦਾ ਹੈ, ਕੋਈ ਪਾਂਦਾ ਅਖਾਉਂਦਾ ਹੈ। ਕਹਿਣ ਦੇ ਨਾਲ ਇੱਥੇ ਕੁਝ ਵੀ ਨਹੀਂ ਹੋਣਾ ਹੈ। ਕੋਈ ਰਾਜਾ ਰਾਓ ਕੋ ਮਹਿਤਾ ਚੌਧਰੀ ਅਖਾਏ। ਕੋਈ ਇੱਥੇ ਰਾਜਾ ਅਖਾਉਂਦਾ ਹੈ, ਕੋਈ ਵੱਡਾ ਵਿਸ਼ਾਲ ਰਾਜਾ ਰਾਓ ਹੁੰਦਾ ਹੈ, ਜਿਹੜੇ ਛੋਟੇ ਛੋਟੇ ਇਲਾਕਿਆਂ ਦੇ ਰਾਜੇ ਨੇ। ਕੋਈ ਆਪਣੇ ਆਪ ਨੂੰ ਉਹ ਅਖਾਉਂਦਾ ਹੈ, ਕੋਈ ਮਹਿਤਾ ਅਖਾਉਂਦਾ ਹੈ। ਮਹਿਤਾ ਦਾ ਭਾਵ ਵਜ਼ੀਰ। ਕੋਈ ਵਜ਼ੀਰ ਅਖਾਉਂਦਾ ਹੈ। ਕੋਈ ਇਲਾਕੇ ਦਾ ਆਪਣੇ ਆਪ ਨੂੰ ਚੌਧਰੀ ਸਿਆਣਾ ਵੱਡਾ ਅਖਾਉਂਦਾ ਹੈ। ਕੋਈ ਬਜਾਜ ਸਰਾਫ ਕੋ ਜੋਹਰੀ ਜੜਾਓ ਜੜਾਏ। ਕੋਈ ਆਪਣੇ ਆਪ ਨੂੰ ਬਜਾਜ ਅਖਾਉਂਦਾ ਹੈ, ਮੈਂ ਬੜਾ ਵੱਡਾ ਕਾਰੋਬਾਰੀ ਹਾਂ ਕੱਪੜੇ ਦਾ। ਕੋਈ ਜੌਹਰੀ ਅਖਾਉਂਦਾ ਹੈ, ਕੋਈ ਸਰਾਫ ਅਖਾਉਂਦਾ ਹੈ ਵੀ ਮੇਰੇ ਵਰਗਾ ਕੋਈ ਪਾਰਖੂ ਨਹੀਂ ਹੈ, ਮੇਰੇ ਵਰਗਾ ਕੋਈ ਸਿਆਣਾ ਨਹੀਂ ਹੈ। ਸਰ ਕਹਿੰਦੇ ਚੰਗੀ ਗੱਲ ਹੈ, ਸਿਆਣਾ ਹੋਣਾ ਚਾਹੀਦਾ ਹੈ, ਪਰ ਮੇਰੀ ਪਰਿਭਾਸ਼ਾ ਕੀ ਹੈ? ਨਾਨਕ ਪਰਖੈ ਆਪ ਕਉ ਤਾਂ ਪਾਰਖੁ ਜਾਣ। ਤਾਂ ਪਾਰਖੂ ਜਾਣਿਆ ਜਾਏਗਾ ਜੇ ਆਪਣੇ ਆਪ ਨੂੰ ਪਰਖਣਾ ਸਿੱਖ ਲਵੇਂ। ਬਾਹਰ ਦਾ ਤੇ ਬੜਾ ਕੁਝ ਪਰਖ ਲੈਣਾ। ਕਈ ਬੰਦੇ ਕਹਿੰਦੇ ਆ ਨਾ, ਅਸੀਂ ਜੀ ਪਲਾਂ ਦੇ ਵਿੱਚ ਸਾਹਮਣੇ ਵਾਲੇ ਨੂੰ ਪਛਾਣ ਜਾਂਦੇ, ਅੱਖ ਦੇਖ ਕੇ ਪਤਾ ਲੱਗ ਜਾਂਦਾ ਹੈ ਵੀ ਕਿਵੇਂ ਦਾ ਹੈ। ਸਾਹਿਬ ਕਹਿੰਦੇ ਦੂਜਿਆਂ ਨੂੰ ਕਿ ਆਪਣੇ ਆਪ ਨੂੰ ਵੀ ਕਰੇ, ਆਪਣੇ ਅੰਦਰ ਵੀ ਤੇ ਦੇਖ ਵੀ ਤੂੰ ਕਿੱਦਾਂ ਦਾ ਹੈ, ਤੇਰਾ ਸੁਭਾਅ ਕਿਵੇਂ ਦਾ ਹੈ। ਦੂਜਿਆਂ ਨੂੰ ਹੀ ਪਰਖਣਾ ਸਿੱਖਿਆ ਹੈ, ਕਦੇ ਆਪਣੇ ਆਪ ਨੂੰ ਪਰਖਣਾ ਵੀ ਤੇ ਸਿੱਖ ਵੀ ਤੇਰੀ ਜ਼ਿੰਦਗੀ ਕਿੱਦਾਂ ਦੀ ਹੈ। ਕੋਈ ਇੱਥੇ ਜੌਹਰੀ ਹੈ, ਕੋਈ ਕਹਿੰਦਾ ਹੈ ਵੀ ਮੇਰੇ ਵਰਗਾ ਸਿਆਣਾ ਨਹੀਂ ਹੈ। ਇਹਨਾਂ ਜਿਹੜੇ ਮਹਿੰਗੇ ਜਵਾਹਰਾਤ ਨੇ
ਇਹਨਾਂ ਨੂੰ ਜੜਨ ਦਾ ਕੰਮ ਮੇਰੇ ਤੋਂ ਚੰਗੇ ਤਰੀਕੇ ਦੇ ਨਾਲ ਕੋਈ ਨਹੀਂ ਕਰ ਸਕਦਾ। ਸਾਰੀ ਪਰਚੂਨੀਆਂ ਕੋਈ ਦਲਾਲੀ ਕਰਮ ਕਮਾਏ। ਕੋਈ ਇੱਥੇ ਪੰਸਾਰੀ ਦਾ ਕੰਮ ਕਰਦਾ ਹੈ, ਕੋਈ ਪਰਚੂਨ ਦਾ ਕੰਮ ਕਰਦਾ ਹੈ। ਹਰੇਕ ਆਪਣੇ ਆਪ ਨੂੰ ਸ੍ਰੇਸ਼ਟ ਸਿਆਣਾ ਅਖਾਉਂਦਾ ਹੈ। ਕੋਈ ਕਹਿੰਦਾ ਹੈ ਕਿ ਮੇਰੇ ਵਰਗਾ ਵਿਚੋਲਾ ਕੋਈ ਨਹੀਂ ਹੈ। ਦਲਾਲ ਦਾ ਭਾਵ ਹੁੰਦਾ ਹੈ ਵਿਚੋਲਾ। ਮਾੜਾ ਲਫ਼ਜ਼ ਨਹੀਂ ਹੈ, ਪਰ ਜੁੜ ਮਾੜਿਆਂ ਦੇ ਨਾਲ ਗਿਆ, ਇਸ ਕਰਕੇ ਮਾੜਾ ਲੱਗਣ ਲੱਗ ਗਿਆ। ਦਲਾਲ ਸ਼ਬਦ ਮਾੜਾ ਨਹੀਂ ਹੈ। ਭਾਈ ਗੁਰਦਾਸ ਜੀ ਨੇ ਕਈ ਵਾਰ ਇਹ ਸ਼ਬਦ ਗੁਰਮੁਖਾਂ ਵਾਸਤੇ ਵੀ ਵਰਤਿਆ ਹੈ, ਕਿਉਂਕਿ ਦਲਾਲ ਦਾ ਭਾਵ ਹੀ ਹੁੰਦਾ ਹੈ ਜਿਹੜਾ ਵਿਚੋਲਾ ਹੋਵੇ, ਦੂਜੇ ਦੇ ਨਾਲ ਮਿਲਾਉਣ ਦਾ ਕੰਮ ਕਰਦਾ ਹੋਵੇ। ਕਈ ਇੱਥੇ ਇੱਦਾਂ ਦੀ ਜ਼ਿੰਦਗੀ ਜਿਉਂਦੇ ਹਨ। ਜਾਤ ਸਨਾਤ ਸਹੰਸ ਲਖ ਕਿਰਤ ਬਿਰਤ ਕਰਨਾਉ ਬਣਾਏ। ਕੋਈ ਇੱਥੇ ਜ਼ਾਤਾਂ ਦੀ ਗੱਲ ਕਰਦਾ ਹੈ ਵੀ ਮੈਂ ਉੱਚੀ ਜ਼ਾਤ ਦਾ, ਕੋਈ ਸਨਾਤ ਨੀਵੀਂ ਜ਼ਾਤ ਦੀ ਗੱਲ ਕਰਦਾ ਹੈ ਵੀ ਫਲਾਣਾ ਨੀਵੀਂ ਜ਼ਾਤ ਦੇ ਵਿੱਚ ਹੈ। ਕੋਈ ਕਿਰਤ ਕਰਕੇ, ਸੁਭਾਅ ਕਰਕੇ, ਜੀਣ ਕਰਕੇ, ਕੰਮਕਾਰ ਕਰਕੇ ਆਪਣੇ ਆਪ ਨੂੰ ਉੱਚਾ ਤੇ ਨੀਵਾਂ ਅਖਾਉਂਦਾ ਹੈ। ਕਈ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਵੰਡਦੇ ਹਨ। ਸਾਧ ਸੰਗਤ ਗੁਰ ਸਿੱਖ ਮਿਲ ਆਸਾ ਵਿਚ ਨਿਰਾਸ ਜਮਾਏ। ਕੋਈ ਇੱਦਾਂ ਦਾ ਹੈ ਜਿਹੜਾ ਸੱਚਮੁੱਚ ਜੀਣਾ ਸਿੱਖ ਗਿਆ। ਜਿਹਨੇ ਜੀਣਾ ਸਿੱਖਣਾ ਹੈ, ਸਾਹਿਬ ਕਹਿੰਦੇ ਫਿਰ ਇੱਦਾਂ ਜੀਵੇ। ਸਾਧ ਸੰਗਤ ਗੁਰ ਸਿੱਖ ਮਿਲ, ਗੁਰੂ ਦੀ ਸੰਗਤ ਚ ਆ ਕਰਕੇ, ਸਾਧ ਸੰਗਤ ਗੁਰੂ ਦੀ ਸੰਗਤ, ਉੱਥੇ ਮਿਲ ਕਰਕੇ, ਗੁਰੂ ਕੇ ਪਿਆਰਿਆਂ ਦੇ ਨਾਲ ਮਿਲ ਕਰਕੇ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਕੋਈ ਆਸਾਂ ਦੇ ਵਿੱਚ ਨਿਰਾਸ਼ ਰਹਿਣਾ ਸਿੱਖ ਲਵੇ। ਆਸਾ ਦੇ ਵਿੱਚ ਨਿਰਾਸ਼, ਇਹ ਜ਼ਰੂਰੀ ਹੈ। ਸਾਹਿਬ ਕਹਿੰਦੇ ਫਿਰ ਕਿੱਦਾਂ ਰਿਹਾ ਜਾਵੇਗਾ। ਮਾਲਕ ਦਾ ਪਾਵਨ ਬਚਨ ਅਸੀਂ ਕਈ ਵਾਰ ਪੜ੍ਹਦੇ ਹਾਂ। ਸਾਹਿਬ ਨੇ ਬੜਾ ਸੌਖਾ ਤਰੀਕਾ ਦੱਸਿਆ। ਮਾਲਕ ਕਹਿੰਦੇ ਜੇ ਸੱਚਮੁੱਚ ਜੀਣਾ ਹੈ ਨਾ, ਔਰ ਆਸਾ ਦੇ ਵਿੱਚ ਨਿਰਾਸ਼ ਰਹਿਣਾ ਬੜਾ ਜ਼ਰੂਰੀ ਹੈ। ਇਹਦੇ ਤੋਂ ਬਿਨਾਂ ਕੰਮ ਨਹੀਂ ਚੱਲਣਾ। ਔਰ ਕਿੱਦਾਂ ਦਾ ਜੀਵਨ ਹੋਵੇ ਜਦੋਂ ਆਸਾਂ ਦੇ ਵਿੱਚੋਂ ਨਿਰਾਸ਼ਤਾ ਧਾਰਨ ਕਰ ਲਵੇ। ਇੱਕ ਨਿਰਾਸ਼ਤਾ ਉਹ ਹੈ ਜਿਹੜੀ ਸਾਨੂੰ ਸੰਸਾਰ ਦੇ ਨਾਲੋਂ ਬਿਲਕੁਲ ਤੋੜ ਦਿੰਦੀ ਹੈ। ਜਿਹੜੇ ਸੰਨਿਆਸੀ ਬਣ ਗਏ, ਕਹਿੰਦੇ ਅਸੀਂ ਸੰਸਾਰ ਤੋਂ ਉਦਾਸ ਹੋ ਗਏ ਤਾਂ ਸੰਨਿਆਸੀ ਬਣ ਗਏ। ਸਾਹਿਬ ਕਹਿੰਦੇ ਸੰਸਾਰ ਨੂੰ ਛੱਡਣਾ ਨਹੀਂ ਹੈ, ਸੰਸਾਰ ਦੇ ਅੰਦਰ ਰਹਿ ਕਰਕੇ ਫੇਰ ਤੂੰ ਬਣਨਾ ਹੈ ਸੰਨਿਆਸੀ, ਫੇਰ ਬਣਨਾ ਹੈ ਉਦਾਸੀ। ਸਾਹਿਬ ਨੇ ਉਦਾਸੀ ਬਣ ਕੇ ਦਿਖਾਇਆ, ਸਾਨੂੰ ਹਰੇਕ ਤਰੀਕੇ ਦੇ ਨਾਲ ਸੰਪੂਰਨ ਕੀਤਾ ਹੈ। ਜਿਹੜਾ ਗੁਰੂ ਦੇ ਨਾਲ ਜੁੜ ਜਾਏ ਉਹ ਸੰਪੂਰਨ ਹੋ ਜਾਵੇਗਾ। ਸੰਨਿਆਸੀ ਬਣਨਾ ਹੈ, ਸਾਹਿਬ ਕਹਿੰਦੇ ਬਿਲਕੁਲ ਬਣ, ਕੋਈ ਮਨਾਹੀ ਥੋੜੀ ਨਾ ਹੈ, ਪਰ ਸੰਸਾਰ ਨਹੀਂ ਛੱਡਣਾ। ਉਦਾਸੀ ਬਣਨਾ ਹੈ, ਬਿਲਕੁਲ ਬਣ, ਪਰ ਸੰਸਾਰ ਨਹੀਂ ਛੱਡਣਾ। ਐ ਨਾ ਲੱਗੇ ਵੀ ਤੂੰ ਸੰਸਾਰ ਛੱਡ ਕੇ ਸੰਸਾਰ ਦੇ ਫਰਜ਼ਾਂ ਤੋਂ ਦੌੜ ਗਿਆ, ਤੂੰ ਭਗੌੜਾ ਬਣਦਾ ਹੈ, ਤੂੰ ਸੰਨਿਆਸੀ ਉਦਾਸੀ ਨਹੀਂ ਬਣਦਾ। ਤੂੰ ਸੱਚਮੁੱਚ ਨਿਰਾਸ਼ ਹੋਣਾ ਹੈ ਨਾ ਸੰਸਾਰ ਤੋਂ, ਸਾਹਿਬ ਕਹਿੰਦੇ ਤਰੀਕਾ ਹੈ। ਉਹ ਤਰੀਕਾ ਕਿਹੜਾ ਹੈ? ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ। ਜਿਵੇਂ ਜਲ ਦੇ ਵਿੱਚ ਕਮਲ ਰਹਿੰਦਾ ਹੈ ਨਾ, ਚਿੱਕੜ ਤੋਂ ਬਾਹਰ ਹੈ, ਚਿੱਕੜ ਦੇ ਵਿੱਚ ਰਹਿੰਦਾ ਹੈ, ਚਿੱਕੜ ਨਹੀਂ ਲੱਗਦਾ ਉਹਦੇ ਉੱਤੇ, ਪਾਣੀ ਦਾ ਪ੍ਰਭਾਵ ਨਹੀਂ ਪੈਂਦਾ। ਸਾਹਿਬ ਕਹਿੰਦੇ ਇੱਦਾਂ ਰਹਿਣਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੈ। ਮੁਰਗਾਬੀ ਰਹਿੰਦੀ ਹੈ ਪਾਣੀ ਦੇ ਵਿੱਚ, ਉਹਦੇ ਖੰਭਾਂ ਨੂੰ ਕਦੇ ਪਾਣੀ ਨਹੀਂ ਲੱਗਦਾ। ਸਾਹਿਬ ਕਹਿੰਦੇ ਬਸ ਇੱਦਾਂ ਦੀ ਜ਼ਿੰਦਗੀ ਜਿਉਣੀ ਹੈ। ਸੰਸਾਰ ਦੇ ਅੰਦਰ ਰਹਿਣਾ ਹੈ, ਸੰਸਾਰ ਦੇ ਮੋਹ ਤੋਂ ਬਾਹਰੇ ਹੋ ਕੇ ਰਹਿਣਾ ਹੈ। ਅਸੀਂ ਕਈ ਵਾਰ ਜਦੋਂ ਗੱਲ ਕੀਤੀ ਜਾਂਦੀ ਹੈ ਨਾ, ਪਰਿਵਾਰ ਦਾ ਮੋਹ ਛੱਡ ਦਿਓ ਜੀ, ਪਰਿਵਾਰ ਦੇ ਅੰਦਰ ਦੀ ਮਮਤਾ ਛੱਡ ਦੇਵੋ, ਇੱਦਾਂ ਲੱਗਦਾ ਹੈ ਜਿੱਦਾਂ ਸਾਨੂੰ ਪਰਿਵਾਰ ਦੇ ਨਾਲੋਂ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਨਹੀਂ, ਸੰਸਾਰ ਦੇ ਨਾਲ, ਪਰਿਵਾਰ ਦੇ ਨਾਲ ਤੋੜਨ ਦੀ ਗੱਲ ਨਹੀਂ ਹੈ। ਉੱਥੇ ਜੁੜੇ ਰਹਿਣਾ ਹੈ, ਪਰ ਕਿਵੇਂ ਜੁੜਨਾ ਹੈ? ਸੰਸਾਰ ਦੇ ਨਾਲ, ਪਰਿਵਾਰ ਦੇ ਨਾਲ, ਸਗੇ ਸੰਬੰਧੀਆਂ ਦੇ ਨਾਲ, ਧੀਆਂ ਪੁੱਤਰਾਂ ਦੇ ਨਾਲ ਮੋਹ ਨਹੀਂ ਪਾਉਣਾ, ਪਿਆਰ ਬਣਾਉਣਾ ਹੈ। ਜਦੋਂ ਸਾਡਾ ਪਿਆਰ ਹੋਵੇਗਾ ਫਿਰ ਸਾਨੂੰ ਤਕਲੀਫ ਨਹੀਂ ਹੁੰਦੀ। ਤਕਲੀਫ ਉੱਥੇ ਹੁੰਦੀ ਹੈ ਜਿੱਥੇ ਮੋਹ ਹੋਵੇਗਾ। ਜਦੋਂ ਅਸੀਂ ਕਿਸੇ ਦੇ ਨਾਲ ਵੀ ਮੋਹ ਪਾ ਲੈਂਦੇ ਹਾਂ, ਮੋਹ ਸਾਨੂੰ ਤੰਗ ਕਰਦਾ ਹੈ, ਪਿਆਰ ਨਹੀਂ ਤੰਗ ਕਰਦਾ, ਸਾਂਝ ਨਹੀਂ ਤੰਗ ਕਰਦੀ, ਸਾਨੂੰ ਤੰਗ ਕਰਦਾ ਹੈ ਮੋਹ। ਅਸੀਂ ਰੋਜ਼ਾਨਾ ਕਿੰਨੀਆਂ ਖਬਰਾਂ ਸੁਣਦੇ ਹਾਂ ਨਾ, ਰੋਜ਼ਾਨਾ ਪੜ੍ਹਦੇ ਹਾਂ।
ਕੁਝ ਪਲ ਪਹਿਲਾਂ ਇੱਕ ਖਬਰ ਆਈ, ਅੱਜ ਫਲਾਣੇ ਥਾਂ ਐਕਸੀਡੈਂਟ ਹੋਇਆ ਜਿਹਦੇ ਵਿੱਚ ਕਈ ਪ੍ਰਾਣੀ ਚੜ੍ਹਾਈ ਕਰ ਗਏ। ਅਸੀਂ ਖਬਰ ਸੁਣੀ, ਅਸੀਂ ਕੀ ਲਫ਼ਜ਼ ਵਰਤਿਆ, ਬੜਾ ਮਾੜਾ ਹੋਇਆ। ਕਈ ਵਾਰ ਇਹ ਵੀ ਨਹੀਂ ਵਰਤਦੇ, ਅੱਗੇ ਚੱਲ ਜਾਂਦੇ ਹਾਂ। ਕੁਝ ਪਲਾਂ ਬਾਅਦ ਫਿਰ ਇੱਕ ਖਬਰ ਆ ਜਾਏ ਵੀ ਜਿਹੜਾ ਚੜ੍ਹਾਈ ਉਹ ਪ੍ਰਾਣੀ ਜਿਹੜੇ ਚੜ੍ਹਾਈ ਕੀਤੇ ਨੇ ਉਹਨਾਂ ਦੇ ਵਿੱਚੋਂ ਕੋਈ ਸਾਡਾ ਮਿੱਤਰ ਸੀ, ਦੁੱਖ ਹੋਇਆ, ਮਨ ਨੂੰ ਠੇਸ ਸੀ ਪਹੁੰਚੀ ਵੀ ਚੰਗਾ ਬੰਦਾ ਸੀ, ਮੌਤ ਹੋ ਗਈ, ਮਾੜਾ ਹੋਇਆ। ਜਾਵਾਂਗੇ ਜਿੱਦਣ ਉਹਦੀ ਲਾਸ਼ ਘਰ ਆ ਜਾਏਗੀ, ਜਾਵਾਂਗੇ ਜ਼ਰੂਰ, ਉਹਦੇ ਭੋਗ 'ਤੇ ਜਾਵਾਂਗੇ ਜ਼ਰੂਰ, ਜਿੱਦਣ ਉਹਦਾ ਅੰਤਮ ਸੰਸਕਾਰ ਹੋਵੇਗਾ ਉਦਣ ਜਾਵਾਂਗੇ ਜ਼ਰੂਰ। ਮਾੜਾ ਹੋਇਆ, ਚੰਗਾ ਨਹੀਂ ਹੋਇਆ। ਕਿਸੇ ਰਿਸ਼ਤੇਦਾਰ ਦੀ ਮੌਤ ਦੀ ਖਬਰ ਆ ਜਾਏ, ਉਸੇ ਦੇ ਵਿੱਚੋਂ ਥੋੜ੍ਹਾ ਜਿਹਾ ਹੋਰ ਦੁੱਖ ਹੁੰਦਾ ਹੈ, ਉਸੇ ਵੇਲੇ ਫੋਨ ਕਰਨੇ ਸ਼ੁਰੂ ਕਰ ਦਿੰਦੇ। ਜੇ ਕਿਤੇ ਖਬਰ ਇੱਦਾਂ ਦੀ ਆ ਜਾਏ ਵੀ ਉਹ ਪਰਿਵਾਰ ਦਾ ਜੀ ਸੀ, ਉਹਨਾਂ ਦੇ ਵਿੱਚ ਕੋਈ, ਫਿਰ ਹਾਲਾਤ ਕਿਵੇਂ ਦੇ ਨੇ? ਮਸਲਾ ਸਾਰਾ ਵੀ ਸਾਡੀ ਕਿਸੇ ਦੇ ਨਾਲ ਅਟੈਚਮੈਂਟ ਕਿੰਨੀ ਆ। ਅਸੀਂ ਮੌਤ ਦੇ ਕਰਕੇ ਨਹੀਂ ਤੰਗ ਹੁੰਦੇ, ਮੌਤ ਕਰਕੇ ਨਹੀਂ ਕੋਈ ਰੋਇਆ। ਉੱਥੇ ਰੋਇਆ ਕਿਉਂ? ਤੰਗ ਜਿੰਨੀ ਜ਼ਿਆਦਾ ਤੰਗੀ ਹੈ ਉਹਦਾ ਕਾਰਨ ਕੀ ਹੈ? ਉਹਨਾਂ ਜ਼ਿਆਦਾ ਮੋਹ ਜੁੜਿਆ ਸੀ, ਅਟੈਚਮੈਂਟ ਉਨੀ ਜ਼ਿਆਦਾ ਸੀ। ਸਾਹਿਬ ਨੇ ਤਾਂ ਹੀ ਕਿਹਾ ਹੈ ਅਟੈਚਮੈਂਟ ਨਹੀਂ, ਪਿਆਰ ਪਾ, ਜਿੰਨਾ ਪਾ ਸਕਦਾ ਇੰਨਾ ਪਿਆਰ ਪਾ ਵੀ ਤੂੰ ਲਾਡ ਲਡਾਵੇਂ, ਸੰਸਾਰ ਦੇ ਅੰਦਰ ਇੱਕ ਮਿਸਾਲ ਕਾਇਮ ਕਰ ਦੇਵੇਂ ਵੀ ਸੱਚਮੁੱਚ ਤੂੰ ਪੁੱਤਰਾਂ ਨੂੰ ਪਾਲਿਆ ਹੈ। ਤੇ ਮੋਹ ਨਾ ਹੋਵੇ, ਜੇ ਮੈਦਾਨੇ ਜੰਗ 'ਚ ਤੋਰਨੇ ਪੈ ਜਾਣ ਪਰਵਾਹ ਨਹੀਂ ਕਰਨਾ, ਕਿਉਂਕਿ ਉੱਥੇ ਅਟੈਚਮੈਂਟ ਨਹੀਂ ਹੈ। ਜਦੋਂ ਅਸੀਂ ਅਟੈਚਮੈਂਟ ਕਿਸੇ ਦੇ ਨਾਲ ਵੀ ਜੋੜ ਲਈਏ, ਕਈ ਵਾਰ ਸੰਸਾਰ ਦੇ ਅੰਦਰ ਇੱਦਾਂ ਦੀ ਅਟੈਚਮੈਂਟ ਹੈ, ਕਈ ਵਸਤਾਂ ਦੇ ਕਰਕੇ, ਕਿਸੇ ਦੇ ਘਰ ਕੋਈ ਜਾਨਵਰ ਰੱਖਿਆ ਹੋਵੇ ਉਹਦੇ ਨਾਲ ਹੀ ਇੰਨੀ ਅਟੈਚਮੈਂਟ ਵੀ ਉਹਦੀ ਕਿਤੇ ਮੌਤ ਹੋ ਜਾਵੇ ਤੇ ਤਾਂ ਸੰਸਾਰ ਦੇ ਅੰਦਰ ਰਹਿਣ ਵਾਲਾ ਜੀਵ ਤੰਗ ਹੋ ਜਾਂਦਾ ਹੈ। ਮਸਲਾ ਵੀ ਅਸੀਂ ਕਿਹਦੇ ਨਾਲ ਕਿੰਨੇ ਜੁੜੇ ਹੋਏ ਹਾਂ। ਅਟੈਚਮੈਂਟ ਸਾਨੂੰ ਤੰਗ ਕਰਦੀ ਹੈ, ਸਾਨੂੰ ਮੌਤ ਤੰਗ ਨਹੀਂ ਕਰਦੀ। ਸਾਹਿਬ ਨੇ ਤਾਂ ਹੀ ਵਾਰ-ਵਾਰ ਸਮਝਾਇਆ, ਭਲਿਆ ਜੋ ਆਇਆ ਹੈ ਉਹਨੇ ਜਾਣਾ ਹੈ, ਇਹ ਚੇਤਾ ਰੱਖੀ। ਸਦੀਵੀ ਤੇਰੇ ਨਾਲ ਕੁਝ ਨਹੀਂ ਹੈ, ਤੂੰ ਵੀ ਜਾਣਾ ਹੈ, ਜਿਹਦੇ ਨਾਲ ਜੁੜਿਆ ਹੈ ਉਹਨੇ ਵੀ ਜਾਣਾ ਹੈ। ਜਦੋਂ ਇਹ ਗੱਲ ਅਸੀਂ ਸਮਝ ਲਵਾਂਗੇ, ਸਾਡੇ ਬਹੁਤੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ। ਇਹੀ ਹੈ ਆਸਾ ਦੇ ਵਿੱਚ ਨਿਰਾਸ਼ ਰਹਿਣਾ, ਨਾ ਕਿ ਸੰਸਾਰ ਨੂੰ ਤਿਆਗ ਕਰਕੇ ਫਿਰ ਅਸੀਂ ਕਹਿ ਦਈਏ ਜੀ ਅਸੀਂ ਉਦਾਸੀ ਬਣ ਗਏ, ਸਾਨੂੰ ਸੰਸਾਰ ਦੇ ਨਾਲ ਮੋਹ ਕੋਈ ਨਹੀਂ ਹੈ, ਅਸੀਂ ਸੰਸਾਰ ਤੋਂ ਉੱਚੇ ਹੋ ਗਏ ਕਿਉਂਕਿ ਅਸੀਂ ਸੰਸਾਰ ਦੇ ਵਾਂਗ ਜਿਉਂਦੇ ਨਹੀਂ। ਤੇ ਮਾਲਕ ਕਹਿੰਦੇ ਫਿਰ ਇਹ ਅਸਲ 'ਚ ਕੀ ਹੈ? ਭਗੌੜਾਪਨ। ਇਹ ਉਦਾਸੀ ਨਹੀਂ ਹੈ, ਇਹ ਨਿਰਾਸ਼ਤਾ ਨਹੀਂ ਹੈ, ਇਹ ਸੰਨਿਆਸ ਧਾਰਨ ਨਹੀਂ ਕੀਤਾ, ਇਹ ਅਸਲ ਦੇ ਵਿੱਚ ਤੂੰ ਸੰਸਾਰ ਦੇ ਨਾਲੋਂ ਭਗੌੜਾ ਹੋ ਗਿਆ ਹੈ। ਸ਼ਬਦ ਸੁਰਤ ਲਿਖ ਅਲਖ ਲਖਾਏ। ਇਹੀ ਅਸਲ ਜ਼ਰੂਰੀ ਹੈ। ਜਿਸ ਦਿਨ ਉਸ ਅਲੱਖ ਪਰਮਾਤਮਾ ਦੇ ਨਾਲ ਜੁੜਨ ਦੀ ਗੱਲ ਆਵੇਗੀ, ਉਸ ਦਿਨ ਇੱਕੋ ਹੀ ਤਰੀਕਾ ਹੈ, ਸ਼ਬਦ ਸੁਰਤ ਇੱਕ ਮੈਂ ਕਰ ਲਵੀਂ। ਜਿਸ ਦਿਨ ਇੱਕ ਦੇ ਨਾਲ, ਸ਼ਬਦ ਦੇ ਨਾਲ ਸੁਰਤ ਤੇਰੀ ਜੁੜ ਗਈ, ਉਸੇ ਦਿਨ ਤੇਰੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰਧਾਰਾ ਸਮਝ ਆ ਜਾਏਗੀ, ਤੈਨੂੰ ਉਹ ਪ੍ਰਗਟ ਹੋ ਜਾਵੇਗਾ। ਇਹੀ ਇੱਕ ਤਰੀਕਾ ਹੈ ਗੁਰੂ ਦੇ ਨਾਲ ਜੁੜਨ ਦਾ। ਸਾਹਿਬ ਸਤਿਗੁਰੂ ਕਿਰਪਾ ਕਰਨ, ਸਾਡੇ ਹਿਰਦਿਆਂ ਦੇ ਅੰਦਰ ਗੁਣਾਂ ਦੀ ਦਾਤ, ਗੁਣਾਂ ਦੀ ਵਿਚਾਰ ਬਖਸ਼ ਦੇਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ,